ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ ਜਪ ਆਦ ਸਚ ਜੁਗਾਦ ਸਚ ਹੈ ਭੀ ਸਚ ਨਾਨਕ ਹੋਸੀ ਭੀ ਸਚ। ਬਾਣੀ ਗੁਰੂ ਗੁਰੂ ਹੈ ਬਾਣੀ ਵਿੱਚ ਬਾਣੀ ਅੰਮ੍ਰਿਤ ਸਾਰੇ। ਗੁਰਬਾਣੀ ਕਹੈ ਸੇਵਕ ਜਨ ਮਾਨੈ ਪ੍ਰਤੱਖ ਗੁਰੂ ਨਿਸਤਾਰੇ। ਸੂਰਾ ਸੋ ਪਹਿਚਾਨੀਐ ਜੋ ਲਰੈ ਦੀਨ ਕੇ ਹੇਤ ਪੁਰਜਾ ਪੁਰਜਾ ਕਟ ਮਰੈ ਕਬਹੂ ਨਾ ਛਾੜੈ ਖੇਤ। ਵਾਲੀਏ ਕੁਲ ਆਲਮ ਸਰਵਰੇ ਕਾਇਨਾਤ ਦੀਨਾ ਬੰਧੂ ਖੰਡਾਂ ਤੇ ਬ੍ਰਹਮੰਡਾਂ ਦੇ ਮਾਲਕ ਰਾਜਾਨ ਰਾਜ ਪਾਨਾਨ ਭਾਨ ਦੇਵਾਨ ਦੇਵ ਉਪਮਾ ਮਹਾਨ ਅੰਤਰਜਾਮੀ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਜੀ ਦੀ ਪਵਿੱਤਰ ਪਾਵਨ ਬਾਰਗਾਹ ਵਿੱਚ ਜੁੜ ਬੈਠੀ ਖਾਲਸਾ ਸਤ ਸੰਗਤ ਜੀਓ, ਆਓ ਫਤਿਹ ਉਚਾਰਨ ਕਰੀਏ, ਸਤਿਗੁਰਾਂ ਦੀ ਅਸੀਸ ਲਈਏ। ਸਾਰੇ ਆਖੀਏ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਇੱਕ ਵਾਰੀ ਫੇਰ ਆਖੀਏ, ਸਾਰਿਆਂ ਦੀ ਆਵਾਜ਼ ਆਈ ਨਹੀਂ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਤਿਗੁਰੂ ਮਹਾਰਾਜ ਜੀ ਨੇ ਕਿਰਪਾ ਕੀਤੀ ਹੈ, ਤਰਸ ਕੀਤਾ ਹੈ। ਸੰਧਿਆ ਵੇਲੇ ਦੇ ਸੋਹਣੇ ਸੁੰਦਰ ਦੀਵਾਨ ਗੁਰੂ ਮਹਾਰਾਜ ਜੀ ਦੀ ਪਾਵਨ ਹਜ਼ੂਰੀ ਵਿੱਚ ਸਜੇ ਨੇ। ਸਤਿਗੁਰੂ ਮਹਾਰਾਜ ਜੀ ਨੇ ਮਿਹਰ ਕੀਤੀ ਹੈ, ਆਪਾਂ ਰਲ ਮਿਲ ਕੇ ਸਤਿਗੁਰੂ ਦੀ ਹਜ਼ੂਰੀ ਵਿੱਚ ਬੈਠੇ ਹਾਂ। ਅੰਮ੍ਰਿਤ ਵੇਲੇ ਤੋਂ ਬੇਅੰਤ ਸੰਗਤਾਂ ਹਾਜ਼ਰੀਆਂ ਭਰ ਰਹੀਆਂ ਨੇ। ਸਤਿਗੁਰੂ ਮਹਾਰਾਜ ਜੀ ਨੇ ਅੰਮ੍ਰਿਤ ਵੇਲੇ ਤੋਂ ਹੀ ਪ੍ਰਕਾਸ਼ ਹੋ ਕੇ ਆਪਣੀਆਂ ਪਿਆਰੀਆਂ ਸੰਗਤਾਂ ਨੂੰ ਦਰਸ਼ਨ, ਬਾਣੀ ਦੀ ਦਾਤ, ਦਰਸ਼ਨਾਂ ਦੀ ਦਾਤ, ਨਿਤਨੇਮ ਦੀ ਦਾਤ, ਸੇਵਾ ਦੀ ਦਾਤ ਬਖਸ਼ਿਸ਼ ਕਰ ਰਹੇ ਨੇ, ਤਰਸ ਕਰ ਰਹੇ ਨੇ। ਰਹਿਰਾਸ ਸਾਹਿਬ ਜੀ ਦੇ ਪਾਠ ਹੋਏ ਨੇ। ਪੰਜਵੇਂ ਪਾਤਸ਼ਾਹ ਜੀ ਦੀ ਉਚਾਰਨ ਕੀਤੀ ਹੋਈ ਪਾਵਨ ਗੁਰਬਾਣੀ 12 ਮਾਹ ਦਾ ਪਾਠ ਹੋਇਆ। ਅਰਦਾਸ ਬੇਨਤੀ ਗੁਰੂ ਮਹਾਰਾਜ ਦੇ ਚਰਨਾਂ ਵਿੱਚ ਹੁਕਮਨਾਮੇ ਸਾਹਿਬ ਸਰਵਣ ਕੀਤੇ ਨੇ। ਭਗਤ ਰਵਿਦਾਸ ਜੀ ਦਾ ਹੁਕਮਨਾਮਾ ਸਾਹਿਬ ਭਗਤ ਰਸਨਾ ਤੋਂ ਆਪਾਂ ਸਰਵਣ ਕਰਕੇ ਨਿਹਾਲ ਹੋਏ ਆ। ਆਰਤੀ ਆਰਤਾ ਜੀ ਦਾ ਕੀਰਤਨ, ਬੇਅੰਤ ਗੁਰਬਾਣੀ ਦੇ ਸ਼ਬਦਾਂ ਦਾ ਕੀਰਤਨ ਆਪ ਸਰਬਾ ਸੰਤਾਂ ਨੇ ਸਰਵਣ ਕੀਤਾ ਹੈ। ਅੱਜ ਦਾ ਇਹ ਸਮਾਗਮ ਮੱਘਰ ਦੀ ਸੰਗਰਾਂਦ ਔਰ ਧੰਨ ਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਦਾ ਗੁਰਤਾ ਗੱਦੀ ਦਿਹਾੜਾ ਅਤੇ ਧੰਨ ਗੁਰੂ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਗੁਰੂ ਮਹਾਰਾਜ ਜੀ ਦਾ ਜੋਤੀ ਜੋਤ ਸਮਾਉਣ ਨੂੰ ਲੈ ਕੇ, ਬਾਬਾ ਦੀਪ ਸਿੰਘ ਜੀ ਦੀ ਸ਼ਹੀਦੀ ਨੂੰ ਲੈ ਕੇ ਇਹ ਸਾਂਝਾ ਸਮਾਗਮ ਅੱਜ ਦਾ ਹੋ ਰਿਹਾ ਹੈ। ਗੁਰੂ ਮਹਾਰਾਜ ਸੱਚੇ ਪਾਤਸ਼ਾਹ ਕਿਰਪਾ ਕਰ ਰਹੇ ਨੇ। ਆਪਾਂ ਥੋੜਾ ਸਾਧ ਸੰਗਤ ਜੀ ਸਾਰਾ ਹੀ ਇਤਿਹਾਸ ਵਿਚਾਰਨ ਕਰਾਂਗੇ। ਥੋੜਾ ਸੁਣ ਲੈਂਦੇ ਆਪਾਂ ਸਾਰਾ। ਬਾਕੀ ਜਿੰਨੇ ਆਪਾਂ ਬੈਠੇ ਹਾਂ ਸਾਰੇ ਸੂਝਵਾਨ ਹਾਂ। ਇਤਿਹਾਸ ਪੜ੍ਹਦੇ ਸੁਣਦੇ ਰਹਿੰਦੇ ਆ, ਸਤਸੰਗਤ ਕਰਦੇ ਰਹਿੰਦੇ ਆ। ਧੰਨ ਗੁਰੂ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ
ਸਾਨੂੰ ਸ੍ਰੀ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਜੀ ਦੇ ਲੜ ਲਾਇਆ। ਜੇ ਆਪਾਂ ਧੰਨ ਗੁਰੂ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀ ਤੋਂ ਸ਼ੁਰੂ ਕਰ ਲਈਏ, ਸ਼ਬਦ ਦੇ ਲੜ ਤਾਂ ਸਾਨੂੰ ਮਹਾਰਾਜ ਜੀ ਨੇ ਪਹਿਲੇ ਪਾਤਸ਼ਾਹ ਜੀ ਤੋਂ ਹੀ ਲਾਤਾ ਹੈ। ਧੰਨ ਗੁਰੂ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀ ਸੰਸਾਰ ਵਿੱਚ ਆਏ। ਜੇ ਆਪਾਂ 10ਵੇਂ ਪਾਤਸ਼ਾਹ ਜੀ ਦੀ ਬਾਣੀ ਪੜ੍ਹੀਏ, ਦਸਮ ਗ੍ਰੰਥ ਸਾਹਿਬ ਜੀ ਪੜ੍ਹਨ ਤੋਂ ਬਿਨਾਂ ਅਸੀਂ ਸੰਪੂਰਨ ਨਹੀਂ ਹੋ ਸਕਦੇ। ਜੇ ਆਪਾਂ ਸੰਪੂਰਨ ਖਾਲਸਾ ਬਣਨਾ ਚਾਹੁੰਦੇ ਹਾਂ, ਫਿਰ ਸਾਨੂੰ ਸ੍ਰੀ ਦਸਮ ਗ੍ਰੰਥ ਸਾਹਿਬ ਜੀ ਦੀ ਵਿਚਾਰ ਪੜ੍ਹਨੀ ਸੁਣਨੀ ਪੈਣੀ ਹੈ। ਦਸਮ ਗ੍ਰੰਥ ਸਾਹਿਬ ਜੀ ਦੀ ਬਾਣੀ ਪੜ੍ਹਨੀ ਪੈਣੀ ਹੈ, ਸਮਝਣੀ ਪੈਣੀ ਹੈ। ਫਿਰ ਹੀ ਆਪਾਂ ਸੰਪੂਰਨ ਖਾਲਸਾ ਬਣ ਸਕਦੇ ਹਾਂ। ਬਚਿੱਤਰ ਨਾਟਕ ਵਿੱਚ ਗੁਰੂ ਮਹਾਰਾਜ ਜੀ ਨੇ ਦੱਸਿਆ ਆਉਣ ਦਾ ਕਾਰਨ। ਫਿਰ ਜਦੋਂ ਆਪਾਂ ਸਾਧ ਸੰਗਤ ਜੀ ਅਵਤਾਰਾਂ ਦੀ ਕਥਾ ਸੁਣਦੇ ਹਾਂ, ਉਹਦੇ ਵਿੱਚ ਵੀ 10ਵੇਂ ਪਾਤਸ਼ਾਹ ਜੀ ਨੇ ਦੱਸਿਆ ਕਿ ਸੰਸਾਰ ਵਿੱਚ ਬੜੇ ਦੇਵੀ ਦੇਵਤੇ, ਰਿਸ਼ੀ ਮੁਨੀ, ਪੀਰ ਫਕੀਰ ਅਵਤਾਰ ਹੋਏ। ਪਰ ਹੁਣ ਇੱਥੇ ਇੱਕ ਸਵਾਲ ਬਣਦਾ ਹੈ ਵੀ ਇੰਨੇ ਅਵਤਾਰ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਤੋਂ ਪਹਿਲਾਂ ਹੋਏ ਹੈ, ਤੇ ਫਿਰ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀ ਨੂੰ ਆਉਣ ਦੀ ਲੋੜ ਕਿਉਂ ਪਈ ਹੈ? ਜੇ ਆਪਾਂ ਸਾਧ ਸੰਗਤ ਜੀ ਇੱਥੋਂ ਦੀ ਵੀ ਗੱਲ ਕਰ ਲਈਏ, ਆਪਾਂ ਇਸ ਸ਼ਹਿਰ ਦੀ, ਵੀ ਇਸ ਸ਼ਹਿਰ ਵਿੱਚ ਕਿੰਨੇ ਗੁਰਦੁਆਰਾ ਸਾਹਿਬ ਨੇ? ਜੇ ਆਪਾਂ ਆਖੀਏ 4 ਜਾਂ 5, ਤੇ ਜੇ ਆਪਾਂ ਉਹਦੀ ਵਿਚਾਰ ਕਰੀਏ ਵੀ 4-5 ਕਿਉਂ ਬਣੇ ਨੇ, ਕੋਈ ਕਾਰਨ ਹੋਣਾ ਉਹਦਾ। ਜਦੋਂ ਆਪਾਂ ਇਹਦੇ ਪਿੱਛੇ ਪਾਵਾਂਗੇ, ਵਿਚਾਰ ਕਰਾਂਗੇ, ਤਾਂ ਉਹਦੇ ਕਾਰਨ ਲੱਭ ਜਾਣਗੇ ਵੀ ਕਾਰਨ ਕੀ ਨੇ, ਇਹਨੇ ਕਿਉਂ ਬਣ ਗਏ। ਸੋ ਧੰਨ ਗੁਰੂ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀ ਸੰਸਾਰ ਵਿੱਚ ਕਿਉਂ ਆਏ, ਇਹ ਇੱਕ ਸਵਾਲ ਬਣਦਾ। ਪਹਿਲਾਂ ਇੰਨੇ ਦੇਵੀ ਦੇਵਤੇ ਹੋਏ ਨੇ, 4 ਵੇਦ ਵੀ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਤੋਂ ਪਹਿਲਾਂ ਹੀ ਹੋਏ, 27 ਸਿਮਰਤੀਆਂ, 18 ਪੁਰਾਣ, 6 ਸ਼ਾਸਤਰ, 4 ਵੇਦ, ਬੇਅੰਤ 52 ਉਪਨਿਸ਼ਦ, ਬੇਅੰਤ ਧਾਰਮਿਕ ਸਾਧ ਸੰਗਤ ਜੀ ਗ੍ਰੰਥ ਸੀਗੇ। ਪਰ ਫਿਰ ਵੀ ਧੰਨ ਗੁਰੂ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀ ਨੂੰ ਬਾਣੀ, ਗੁਰੂ ਮਹਾਰਾਜ ਜੀ ਨੇ ਬਾਣੀ ਉਚਾਰੀ। ਫਿਰ ਅੱਗੇ ਸਾਰੇ ਪਾਤਸ਼ਾਹ ਬਾਣੀ ਉਚਾਰਨ ਵੀ ਕਰਦੇ, ਲਿਖਦੇ ਵੀ, ਪੋਥੀਆਂ ਸਾਂਭ ਕੇ ਰੱਖਦੇ। ਇਹ ਜਦੋਂ ਆਪਾਂ ਸਾਰਾ ਕੁਝ ਸੁਣਨਾ ਪੜ੍ਹਨਾ ਚਾਹਾਂਗੇ, ਤਾਂ ਫਿਰ ਸਾਨੂੰ 10ਵੇਂ ਪਾਤਸ਼ਾਹ ਜੀ ਆਪ ਹੀ ਦੱਸ ਦੇਣਗੇ। ਜੇ ਕੋਈ ਹੋਰ ਦੱਸੇ ਤਾਂ ਕਈ ਤਰ੍ਹਾਂ ਦੇ ਵਿੱਚ ਸਵਾਲ ਜਵਾਬ ਹੋ ਸਕਦੇ ਨੇ, ਪਰ 10ਵੇਂ ਪਾਤਸ਼ਾਹ ਜੀ ਨੇ ਸਾਰਾ ਕੁਝ ਦੱਸ ਦਿੱਤਾ ਹੈ ਕਿ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਨੂੰ ਆਉਣ ਦੀ ਲੋੜ ਕਿਉਂ ਪਈ। ਹੁਣ ਸਾਧ ਸੰਗਤ ਜੀ ਇਸ ਸਥਾਨ ਤੇ ਸ੍ਰੀ ਸਹਿਜ ਪਾਠ ਵੀ ਪ੍ਰਾਰੰਭ ਹੋਏ ਆ ਧੰਨ ਗੁਰੂ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀ ਦੇ ਅਵਤਾਰ ਪੁਰਬ ਦੇ ਸੰਬੰਧ ਵਿੱਚ। ਤੇ ਜਿੱਥੇ ਜਿੱਥੇ ਵੀ ਗੁਰੂ ਨਾਨਕ ਨਾਮ ਲੇਵਾ ਸੰਗਤਾਂ ਵਸਦੀਆਂ ਰਹਿੰਦੀਆਂ ਨੇ, ਉਹਨਾਂ ਸਾਰੀਆਂ ਸੰਗਤਾਂ ਨੇ ਧੰਨ ਗੁਰੂ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀ ਦਾ ਅਵਤਾਰ ਪੁਰਬ ਮਨਾਉਣਾ ਹੈ, ਮਨਾਉਣਾ ਵੀ ਚਾਹੀਦਾ ਹੈ। ਭਾਈ ਗੁਰਦਾਸ ਜੀ ਨੇ ਆਪਣੀ ਰਚਨਾ ਵਿੱਚ ਆਖਿਆ ਹੈ ਕਿ ਉਹ ਸਤਿਗੁਰੂ ਨੂੰ ਭਾਉਂਦੇ ਨੇ ਜਿਹੜੇ ਸਤਿਗੁਰਾਂ ਦੇ ਗੁਰਪੁਰਬ ਮਨਾਉਂਦੇ ਨੇ। ਇੱਥੋਂ ਤੱਕ ਵੀ ਕਈ ਸਿੰਘ ਸਾਧ ਸੰਗਤ ਜੀ ਮਿਲਦੇ ਨੇ, ਉਹ ਕਹਿੰਦੇ ਨੇ ਮੈਂ ਆਪਣਾ ਜਨਮ ਦਿਨ ਨਹੀਂ ਮਨਾਉਂਦਾ, ਮੈਂ ਸਾਹਿਬਜ਼ਾਦਿਆਂ ਦਾ ਜਨਮ ਦਿਨ ਮਨਾਉਂਦਾ, ਕਿਉਂਕਿ ਖਾਲਸਾ ਗੁਰੂ ਦਾ ਸਿੰਘ ਉਹ ਕੰਮ ਕਰਦਾ ਜਿਹਦੇ ਵਿੱਚ ਜ਼ਿਆਦਾ ਲਾਭ ਹੈ। ਹੁਣ ਆਪਾਂ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਦਾ ਅਵਤਾਰ ਪੁਰਬ ਮਨਾਉਂਦੇ ਆ, 10ਵੇਂ ਪਾਤਸ਼ਾਹ ਜੀ ਦਾ ਮਨਾਉਂਦੇ ਆ, ਜਾਂ 5ਵੇਂ ਪਾਤਸ਼ਾਹ ਜੀ ਦੀ ਸ਼ਹੀਦੀ ਮਨਾਉਂਦੇ ਆ, ਤੇ ਸਾਨੂੰ ਪਹਿਲੇ ਪਾਤਸ਼ਾਹ ਜੀ ਦਾ, 10ਵੇਂ ਪਾਤਸ਼ਾਹ ਜੀ ਦਾ, 5ਵੇਂ ਪਾਤਸ਼ਾਹ ਜੀ ਦਾ ਇਤਿਹਾਸ ਪਤਾ ਹੈ। ਪਰ ਆਪਾਂ 3ਜੇ ਪਾਤਸ਼ਾਹ ਜੀ ਦਾ, 4ਥੇ ਪਾਤਸ਼ਾਹ ਜੀ ਦਾ, ਜਾਂ 6ਵੇਂ ਜਾਂ 7ਵੇਂ ਜਾਂ 8ਵੇਂ 9ਵੇਂ ਘੱਟ ਮਨਾਉਣੇ, ਫਿਰ ਸਾਨੂੰ ਘੱਟ ਪਤਾ ਹੈ। ਭਾਈ ਭਗਤ ਉਹ ਮਹਾਰਾਜ ਦੇ ਸਿੱਖ ਗੁਰੂ ਮਹਾਰਾਜ ਜੀ ਨੂੰ ਭਾਉਂਦੇ ਨੇ,
ਜਿਹੜੇ ਗੁਰਪੁਰਬ ਮਨਾਉਂਦੇ ਨੇ। ਸੋ ਜਦੋਂ ਆਪਾਂ ਫਿਰ ਸਾਰੀ ਵਿਚਾਰ ਕਰਾਂਗੇ, ਫਿਰ ਸਾਨੂੰ 10ਵੇਂ ਪਾਤਸ਼ਾਹ ਮਹਾਰਾਜ ਦੱਸ ਦੇਣਗੇ। ਮਹਾਰਾਜ ਕਹਿੰਦੇ ਦੈਂਤ ਆਏ। ਫਿਰ ਸਾਧ ਸੰਗਤ ਜੀ, ਸੰਸਾਰ ਵਿੱਚ ਦੈਂਤਾਂ ਨੇ ਆਉਣਾ ਕੀਤਾ। ਇਹਨਾਂ ਕੁਝ ਤਾਕਤਾਂ ਸੀ, ਤਾਕਤਾਂ ਲੈ ਕੇ ਆਏ ਸੀ ਸੰਸਾਰ ਵਿੱਚ। ਜਦੋਂ ਇਹਨਾਂ ਨੂੰ ਤਾਕਤਾਂ ਪ੍ਰਾਪਤ ਹੋਈਆਂ, ਸੰਸਾਰ ਵਿੱਚ ਆ ਕੇ ਆਪਣਾ ਹੀ ਬੋਲਬਾਲਾ ਕਰਨ ਲੱਗ ਪਏ। ਆਪਣੀ ਤਾਕਤ ਦੀ ਗਲਤ ਵਰਤੋਂ ਕਰਨ ਲੱਗ ਪਏ। ਸਤ ਸੰਗਤ ਜੀ, ਸ਼ਸਤਰ ਧੰਨ ਗੁਰੂ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਵੀ ਚਲਾਏ ਨੇ, ਗੁਰੂ ਮਹਾਰਾਜ ਜੀ ਦੀਆਂ ਸਿੰਘਾਂ ਨੇ ਚਲਾਏ ਨੇ, ਤੇ ਦੁਸ਼ਮਣਾਂ ਕੋਲ ਵੀ ਸੀ। ਉਹਨਾਂ ਕੋਲ ਵੀ ਇੱਦਾਂ ਦੀ ਲੋਹੇ ਦੀ ਕਿਰਪਾਨ ਸੀ, ਤੇ ਸਿੰਘਾਂ ਕੋਲ ਵੀ ਉਹੀ ਸਰਬ ਲੋਹੇ ਦੀ ਕਿਰਪਾਨ ਸੀ। ਪਰ ਵਰਤਨ ਵਿੱਚ ਫਰਕ ਹੈ। ਸ਼ਸਤਰ ਉਹਨਾਂ ਕੋਲ ਵੀ ਇੱਦਾਂ ਦੇ ਹੀ ਨੇ। ਆਪਾਂ ਉਹਨਾਂ ਨੂੰ ਤਲਵਾਰ ਕਹਿ ਸਕਦੇ ਹਾਂ, ਵੈਸੇ ਅਰਥ ਕਈ ਤਰ੍ਹਾਂ ਦੇ, ਜਥਾ ਪ੍ਰਕਰਮ ਤਥਾ ਅਰਥ। ਉਹਨਾਂ ਕੋਲ ਵੀ ਸਾਧ ਸੰਗਤ ਜੀ ਹਥਿਆਰ ਸੀ, ਸਿੰਘਾਂ ਕੋਲ ਵੀ ਸ਼ਸਤਰ ਸੀ। ਪਰ ਉਹਨਾਂ ਦੇ ਵਰਤਨ ਪਿੱਛੇ ਕੀ ਕਾਰਨ ਸੀ, ਸਿੰਘਾਂ ਦੇ ਵਰਤਨ ਪਿੱਛੇ ਕੀ ਕਾਰਨ ਸੀ, ਫਰਕ ਹੈ। ਜੇ ਕੋਈ ਡਾਕਟਰ ਆਪਣੇ ਹੱਥ ਵਿੱਚ ਔਜ਼ਾਰ ਲੈ ਕੇ ਜਾਂ ਕੋਈ ਛੁਰੀ ਲੈ ਕੇ ਕਿਸੇ ਦਾ ਪੇਟ ਚਾਕ ਕਰਦਾ ਹੈ ਆਪਰੇਸ਼ਨ ਕਰਨ ਵਾਸਤੇ, ਜੇ ਕੋਈ ਡਾਕਟਰ ਦੇ ਹੱਥੋਂ ਉਹਦਾ ਇਲਾਜ ਕਰਦਿਆਂ ਮਰ ਜੇ, ਡਾਕਟਰ ਤੇ ਕੇਸ ਨਹੀਂ ਹੁੰਦਾ, ਕਿਉਂਕਿ ਉਹਦੀ ਸੋਚ ਮਾਰਨ ਦੀ ਨਹੀਂ ਹੁੰਦੀ। ਉਹਦੀ ਸੋਚ ਹੁੰਦੀ ਮੈਂ ਉਹਨੂੰ ਬਚਾਵਾਂ, ਜੋ ਇਹਦੇ ਅੰਦਰ ਕੋਈ ਬਿਮਾਰੀ ਹੈ, ਜੋ ਵੀ ਹੈ, ਉਹਦਾ ਹੁੰਦਾ ਕਿ ਮੈਂ ਇਹਨੂੰ ਬਚਾਉਣਾ। ਭਾਵੇਂ ਉਹ ਮਰ ਵੀ ਜਾਵੇ, ਪਰ ਫਿਰ ਵੀ ਡਾਕਟਰ ਨੂੰ ਕੁਝ ਨਹੀਂ ਹੁੰਦਾ। ਬਾਕੀ ਸਾਈਨ ਆਦਿ ਕੋਨਾ ਪਹਿਲਾਂ ਹੀ ਕਰਾ ਲਏ ਹੁੰਦੇ ਕਿ ਜੇ ਕੱਲ੍ਹ ਨੂੰ ਕੋਈ 19-21 ਹੋ ਜਾਵੇ ਤੇ ਸਾਡੇ ਤੇ ਕੇਸ ਨਾ ਕਰ ਸਕੇ। ਉਹ ਹੱਥ ਪਹਿਲਾਂ ਹੀ ਸਾਡੇ ਵੱਢ ਲੈਂਦੇ। ਕਿੰਨੇ ਲੋਕ ਜਿਹੜੇ ਸਾਧ ਸੰਗਤ ਜੀ ਡਾਕਟਰਾਂ ਦੇ ਹੱਥੋਂ ਮਰਦੇ ਨੇ, ਭਾਵ ਕਿ ਇਲਾਜ ਕਰਾਉਣ ਸਮੇਂ ਦਰਮਿਆਨ ਉਹ ਆਪਣਾ ਸਰੀਰ ਤਿਆਗ ਦਿੰਦੇ ਨੇ। ਤੇ ਕਿੰਨੇ ਲੋਕ ਨੇ ਜਿਹੜੇ ਦੁਸ਼ਮਣਾਂ ਦੇ ਹੱਥੋਂ ਬਚ ਜਾਂਦੇ ਨੇ। ਜੇ ਉਹੀ ਛੁਰੀ ਡਾਕਟਰ ਦੇ ਹੱਥ ਵਿੱਚ ਹੋਵੇ, ਉਹੀ ਦੁਸ਼ਮਣ ਦੇ ਹੱਥ ਵਿੱਚ ਹੋਵੇ, ਡਾਕਟਰ ਕੋਲੋਂ ਭਾਵੇਂ ਮਰ ਜੇ ਤਾਂ ਵੀ ਉਹਨੂੰ ਕੋਈ ਸਜ਼ਾ ਨਹੀਂ, ਦੁਸ਼ਮਣ ਕੋਲੋਂ ਭਾਵੇਂ ਬਚ ਜੇ ਤਾਂ ਵੀ ਉਹਨੂੰ ਸਜ਼ਾ। ਇਰਾਦਾ ਕਤਲ ਕੇਸ ਪੈਂਦਾ, ਕਿਉਂਕਿ ਉਹਦੀ ਸੋਚ ਮਾਰਨ ਦੀ ਹੈ। ਹੁਣ ਇਹ ਦੈਂਤ ਸੰਸਾਰ ਵਿੱਚ ਆਏ, ਇਹਨਾਂ ਨੂੰ ਸਤਿਗੁਰੂ ਨੇ ਤਾਕਤਾਂ ਭੇਜੀਆਂ, ਦਿੱਤੀਆਂ। ਇਹਨਾਂ ਨੇ ਆਪਣੀਆਂ ਤਾਕਤਾਂ ਦਾ ਗਲਤੀ ਵਰਤੋਂ ਕਰਨੀ ਸ਼ੁਰੂ ਕਰਤੀ। ਫਿਰ ਸਾਧ ਸੰਗਤ ਜੀ ਦੇਵਤੇ ਆ ਗਏ, ਇਹਨਾਂ ਨੂੰ ਵੀ ਕੁਝ ਤਾਕਤਾਂ, ਕੁਝ ਕਲਾ ਇਹਨਾਂ ਨੂੰ ਦਿੱਤੀ। ਇਹਨਾਂ ਨੇ ਵੀ ਸਾਧ ਸੰਗਤ ਜੀ ਆਪੋ ਆਪਣੀ ਪੂਜਾ ਸ਼ੁਰੂ ਕਰਾਤੀ। ਭਗਵਾਨ ਸ਼ਿਵ ਕਹਿੰਦਾ ਮੇਰੀ ਸਮਾਧੀ ਬੜਾ ਲੰਮਾ ਸਮਾਂ ਹੈ, ਮੈਂ ਹੀ ਹਾਂ ਅਚੁੱਤ, ਮੈਂ ਹੀ ਸਦਾ ਰਹਿਣ ਵਾਲਾ ਹਾਂ। ਜਦੋਂ ਅਸੀਂ ਦਸਮ ਗ੍ਰੰਥ ਸਾਹਿਬ ਪੜ੍ਹਦੇ ਹਾਂ ਸਾਰਾ ਪਤਾ ਲੱਗਦਾ। ਉਦੋਂ ਇਹਨਾਂ ਨੇ ਆਖਿਆ ਵੀ ਜੋ ਕੁਝ ਹਾਂ ਬਸ ਮੈਂ ਹਾਂ। ਭਗਵਾਨ ਵਿਸ਼ਨੂੰ ਕਹਿੰਦੇ ਜੋ ਕੁਝ ਹਾਂ ਬਸ ਮੈਂ ਹੀ ਹਾਂ। ਇਸ ਕਰਕੇ ਇਹਨਾਂ ਨੇ ਪ੍ਰਮਾਤਮਾ ਦਾ ਨਾਮ ਤਾਂ ਕੀ ਜਪਾਉਣਾ ਸੀ, ਆਪੋ ਆਪਣਾ ਨਾਮ ਹੀ ਜਪਾਉਣ ਲੱਗ ਪਏ। ਦੱਤਾਤਰੇय ਕਹਿੰਦਾ ਮੈਂ ਹੀ ਹਾਂ ਬਸ। ਜਿਵੇਂ ਗੁਰੂ ਮਹਾਰਾਜ ਜੀ ਦੇ ਸਿੱਖ ਦੀਆਂ ਕੁਝ ਨਿਸ਼ਾਨੀਆਂ ਨੇ ਨਾ, ਇਵੇਂ ਇਹਨਾਂ ਅਵਤਾਰਾਂ ਦੀਆਂ ਵੀ ਕੁਝ ਨਿਸ਼ਾਨੀਆਂ ਨੇ, ਇਹਨਾਂ ਦੀਆਂ ਨਿਸ਼ਾਨੀਆਂ। ਸੋ ਆਪਾਂ ਜ਼ਿਆਦਾ ਨਹੀਂ, ਬਸ ਟੂਕ ਮਾਤਰ ਦੇਵੀ ਦੇਵਤੇ ਸੰਸਾਰ ਵਿੱਚ ਆਏ, ਭੇਜਿਆ ਤੇ ਇਸ ਵਾਸਤੇ ਸੀ ਕਿ ਅਕਾਲ ਪੁਰਖ ਨਾਲ ਜੋੜਨ। ਪਰ ਇਹਨਾਂ ਨੇ ਆਪੋ ਆਪਣਾ ਹੀ ਧਰਮ ਚਲਾ ਲਿਆ। ਆਪੋ ਆਪਣੇ ਧਰਮ ਵਿੱਚ ਇਹਨਾਂ ਨੇ ਦੁਨੀਆ ਨੂੰ ਲਾਉਣਾ ਸ਼ੁਰੂ ਕਰਤਾ ਕਿ ਮੈਨੂੰ ਜਪ ਲਓ, ਮੇਰਾ ਹੀ ਨਾਮ ਜਪ ਲਓ, ਮੈਨੂੰ ਹੀ ਜਪੋ, ਮੈਂ ਹੀ ਤੁਹਾਨੂੰ ਮੁਕਤ ਕਰਾਂਗਾ। ਫਿਰ ਸਾਧ ਸੰਗਤ ਜੀ ਅਖੀਰ ਤੇ ਸਤਿਯੁਗ ਸੀ, ਤ੍ਰੇਤਾ ਸੀ, ਦੁਆਪਰ ਸੀ, ਕਲਯੁਗ ਸੀ। ਕਲਯੁਗ ਵਿੱਚ ਫਿਰ ਧਰਤੀ ਨੇ ਅਕਾਲ ਪੁਰਖ ਦੇ ਚਰਨਾਂ 'ਚ ਪੁਕਾਰ ਕੀਤੀ ਕਿ ਮਹਾਰਾਜ ਸਤਿਯੁਗ ਵਿੱਚ 4 ਪੈਰ ਸੀ ਧਰਮ ਦੇ,
ਧਰਮ ਵੀ ਪੈਰਾਂ ਤੇ ਹੈ, ਧਰਮ ਦੇ ਵੀ ਪੈਰ ਹੁੰਦੇ ਹੈ। ਬਿਨਾਂ ਧਰਮ ਜਿਹੜਾ ਪੈਰਾਂ ਤੋਂ ਬਿਨਾਂ ਨਹੀਂ ਚੱਲਦਾ। ਕਹਿਣ ਲੱਗੇ ਸਤਿਯੁਗ ਵਿੱਚ 4 ਪੈਰ ਸੀ, ਤ੍ਰੇਤੇ ਵਿੱਚ 3 ਰਹਿ ਗਏ, ਦੁਆਪਰ ਵਿੱਚ 2 ਹੋ ਗਏ, ਕਲਯੁਗ ਵਿੱਚ 1 ਹੋ ਗਿਆ। ਦੁਨੀਆ ਵਿੱਚੋਂ ਸੱਚ ਖਤਮ ਹੋ ਗਿਆ। ਦੁਨੀਆ ਦੇ ਅੰਦਰ ਸੱਚ ਸੀ, ਸੱਚ ਬੋਲਦੇ ਸੀ, ਫਿਰ ਸਾਧ ਸੰਗੀ ਨਾਮ ਜਪਦੇ ਸੀ। ਭਾਵ ਕਿ ਸ਼ੁਭ ਗੁਣ ਖਤਮ ਹੁੰਦੇ ਜਾ ਰਹੇ ਨੇ। ਸ਼ੁਭ ਗੁਣਾਂ ਕਰਕੇ ਧਰਮ ਹੈ ਨਾ। ਜਿਹਦੇ ਅੰਦਰ ਜਿੰਨੇ ਜ਼ਿਆਦਾ ਸ਼ੁਭ ਗੁਣ ਨੇ ਓਨਾ ਜ਼ਿਆਦਾ ਧਰਮੀ ਹੈ। ਜਿਹਦੇ ਅੰਦਰ ਸ਼ੁਭ ਗੁਣ ਨਹੀਂ ਉਹ ਧਰਮੀ ਹੈ ਨਹੀਂ, ਕਿਉਂਕਿ ਧਰਮ ਸਾਨੂੰ ਸ਼ੁਭ ਗੁਣ ਬਖਸ਼ਦਾ ਹੈ ਤੇ ਸ਼ੁਭ ਗੁਣਾਂ ਕਰਕੇ ਧਰਮ ਰਹਿੰਦਾ ਹੈ। ਇਹਨਾਂ ਨੇ ਸਾਧ ਸੰਗਤ ਜੀ ਆਪੋ ਆਪਣੀ ਪੂਜਾ ਕਰਾਉਣ ਵਿੱਚ ਲੱਗ ਗਏ। ਧਰਤੀ ਨੇ ਪੁਕਾਰ ਕੀਤੀ ਅਕਾਲ ਪੁਰਖ ਦੇ ਚਰਨਾਂ ਵਿੱਚ। ਇਹ ਸ੍ਰੀ ਦਸਮ ਗ੍ਰੰਥ ਸਾਹਿਬ ਜੀ ਵਿੱਚ ਵੀ ਆਉਂਦਾ ਹੈ ਤੇ ਕਵੀ ਭਾਈ ਸੰਤੋਖ ਸਿੰਘ ਜੀ ਨੇ ਵੀ ਦੱਸਿਆ ਇਹ ਪ੍ਰਕਰਨ। ਫਿਰ ਅਕਾਲ ਪੁਰਖ ਨੇ ਧਰਤੀ ਨੂੰ ਭਵਿੱਖਬਾਣੀ, ਧਰਤੀ ਨੂੰ ਆਕਾਸ਼ਬਾਣੀ ਹੋਈ। ਧਰਤੀ ਨੇ ਆਵਾਜ਼ ਸੁਣੀ। ਜਦੋਂ ਇਹਨੇ ਅਰਜ਼ੋਈ ਕੀਤੀ ਕਲਮਲ ਹੋਈ ਮੇਦਨੀ। ਜਦੋਂ ਇਹਨੇ ਅਰਦਾਸ ਕੀਤੀ ਤੇ ਫਿਰ ਅਕਾਲ ਪੁਰਖ ਨੇ ਆਖਿਆ ਵੀ ਹੁਣ ਅਸੀਂ ਬੜੇ ਦੇਵੀ ਦੇਵਤੇ ਸੰਸਾਰ ਵਿੱਚ ਭੇਜੇ ਨੇ, ਹੁਣ ਅਸੀਂ ਕਿਸੇ ਹੋਰ ਨੂੰ ਨਹੀਂ, ਹੁਣ ਅਸੀਂ ਆਪ ਆਵਾਂਗੇ। ਫਿਰ ਸਾਧ ਸੰਗਤ ਧੰਨ ਗੁਰੂ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀ ਦੇ ਸਰੂਪ ਵਿੱਚ ਸਤਿਗੁਰਾਂ ਨੇ ਨਿਰਗੁਣ ਤੋਂ ਸਰਗੁਣ ਸਰੂਪ ਧਾਰਨ ਕਰਕੇ ਤੇ ਸਤਿਗੁਰੂ ਮਹਾਰਾਜ ਰਾਏ ਭੋਏ ਦੀ ਤਲਵੰਡੀ, ਬਾਬਾ ਕਲਿਆਣ ਚੰਦ ਜੀ, ਮਾਤਾ ਤ੍ਰਿਪਤਾ ਜੀ ਦੇ ਘਰ ਵਿੱਚ ਆਏ। ਗੁਰੂ ਨਾਨਕ ਸਰੂਪ ਮਹਾਰਾਜ ਨੇ ਧਾਰਨ ਕੀਤਾ। ਅਕਾਲ ਪੁਰਖ ਨੇ ਆਪ ਸਰੂਪ ਧਾਰਨ ਕੀਤਾ। ਫਿਰ ਸਤਿਗੁਰੂ ਮਹਾਰਾਜ ਜੀ ਨੇ ਬਾਣੀ ਉਚਾਰਨ ਕਰਨੀ ਤੇ ਨਾਲ ਨਾਲ ਲਿਖਣੀ। ਗੁਰੂ ਮਹਾਰਾਜ ਜੀ ਦੇ ਕੋਲ ਇੱਕ ਪੋਥੀ ਸਾਹਿਬ ਹੁੰਦੀ ਸੀ। ਜਿੰਨੀ ਬਾਣੀ ਸਤਿਗੁਰੂ ਉਚਾਰਨ ਕਰਦੇ ਸੀ ਉਹ ਬਾਣੀ ਨਾਲ ਲਿਖ ਲੈਂਦੇ ਸੀ। ਇਸੇ ਤਰ੍ਹਾਂ ਫਿਰ ਜਦੋਂ ਸਤਿਗੁਰੂ ਮਹਾਰਾਜ ਜੀ ਨੇ ਦੂਜੇ ਪਾਤਸ਼ਾਹ ਜੀ ਨੂੰ ਗੁਰਤਾ ਗੱਦੀ ਬਖਸ਼ੀ, ਗੁਰੂ ਬਖਸ਼ਿਆ, ਗੁਰੂ ਪਦ ਬਖਸ਼ਿਆ, ਉਹ ਪੋਥੀ ਗੁਰੂ ਮਹਾਰਾਜ ਨੂੰ ਬਖਸ਼ਤੀ। ਇਸੇ ਤਰ੍ਹਾਂ ਬਾਣੀ ਵੀ ਨਾਲ ਨਾਲ ਚੱਲਦੀ ਰਹੀ। ਜਦੋਂ ਦੂਜੇ ਪਾਤਸ਼ਾਹ ਜੀ ਬਾਣੀ ਉਚਾਰਨ ਕਰਦੇ ਤਾਂ ਵੀ ਬਾਣੀ ਲਿਖ ਲੈਂਦੇ। ਇਸ ਤਰ੍ਹਾਂ ਬਾਣੀ ਪੋਥੀ ਸਾਹਿਬਾਨ ਦੇ ਵਿੱਚ ਦਰਜ ਹੁੰਦੀ ਰਹੀ। ਫਿਰ ਸਾਧ ਸੰਗਤ ਜੀ ਚੌਥੇ ਪਾਤਸ਼ਾਹ ਜੀ ਤੱਕ, ਫਿਰ ਪੰਜਵੇਂ ਪਾਤਸ਼ਾਹ ਜੀ ਨੇ, ਫਿਰ ਚੌਥੇ ਪਾਤਸ਼ਾਹ ਜੀ ਤੱਕ ਜਿੰਨੀ ਬਾਣੀ ਸੀ ਪੋਥੀਆਂ ਦੇ ਵਿੱਚ, ਪੰਜਵੇਂ ਪਾਤਸ਼ਾਹ ਜੀ ਨੇ ਬਾਬਾ ਮੋਹਨ ਜੀ ਤੋਂ ਲਈਆਂ ਪੋਥੀਆਂ ਗੋਇੰਦਵਾਲ ਸਾਹਿਬ ਜਾ ਕੇ। ਪਾਲਕੀ ਸਾਹਿਬ ਦੇ ਵਿੱਚ ਸਾਧ ਸੰਗਤ ਜੀ ਪੋਥੀਆਂ ਸਾਹਿਬ ਉਹ ਗੁਰਬਾਣੀ ਦੀਆਂ ਸੁਭਾਏਮਾਨ ਕਰਕੇ ਲੈ ਕੇ ਆਏ। ਹੁਣ ਕਈ ਥਾਵਾਂ ਤੇ ਸਤ ਸੰਗਤ ਜੀ ਜਦੋਂ 5 ਪਿਆਰੇ ਜਾਂ ਮਹਾਰਾਜ ਜੀ ਦੇ ਅੱਗੇ ਹੁੰਦੇ ਨੇ, ਜੋੜੇ ਪਾਏ ਹੁੰਦੇ ਨੇ। ਪਰ ਇਸ ਵਾਰ ਜੋ ਨਗਰ ਕੀਰਤਨ ਵਿੱਚ ਦਰਸ਼ਨ ਹੋਏ ਵੀ ਜਿੰਨੇ ਵੀ 5 ਪਿਆਰੇ ਸੀ ਕਿਸੇ ਨੇ ਜੋੜਾ ਨਹੀਂ ਸੀ ਪਾਇਆ। ਗੁਰੂ ਮਹਾਰਾਜ ਜੀ ਦਾ ਸਤਿਕਾਰ ਇਸੇ ਵਿੱਚ ਹੀ ਹੈ। ਸੰਤ ਗਿਆਨੀ ਜਰਨੈਲ ਸਿੰਘ ਜੀ ਖਾਲਸਾ ਮਹਾਂਪੁਰਖਾਂ ਨੇ ਕਥਾ ਵਿੱਚ ਕਿਹਾ, ਜਿਵੇਂ ਅੱਜ ਕੱਲ੍ਹ ਨਾ ਲੋਕ ਸਿਆਣੇ ਬਹੁਤ ਹੋ ਗਏ ਨੇ। ਹਰੇਕ ਹੀ ਬਹੁਤ ਸਿਆਣਾ, ਕਿਉਂਕਿ ਮੈਂ ਕਹਾਂਗਾ ਮੈਂ ਬਹੁਤ ਸਿਆਣਾ। ਕਈ ਤਰ੍ਹਾਂ ਦੀਆਂ ਆਪਾਂ ਵਿਚਾਰਾਂ ਆਪਣੀਆਂ ਹੀ ਬਣਾ ਲੈਂਦੇ ਹਾਂ। ਉਹ ਫਿਰ ਸਾਧ ਸੰਗਤ ਜੀ ਹਰੇਕ ਕਹਿੰਦਾ ਨਹੀਂ ਇੱਦਾਂ ਨਹੀਂ, ਇੱਦਾਂ ਕਰ ਲਓ, ਆਹ ਚੀਜ਼ ਇੱਦਾਂ ਕਰ ਲੈਂਦੇ ਹਾਂ। ਆਪਾਂ ਇਹ ਨਹੀਂ ਵਿਚਾਰ ਕਰਦੇ ਵੀ ਗੁਰੂ ਮਹਾਰਾਜ ਨੇ ਕਿਵੇਂ ਕੀਤਾ ਉਵੇਂ ਕਰੀਏ ਜਿਵੇਂ ਗੁਰੂ ਨੇ ਕੀਤਾ। ਨਹੀਂ, ਆਪਾਂ ਕਹਿੰਦੇ ਜਿਵੇਂ ਮੈਂ ਕਹਾਂ ਇਵੇਂ ਹੋਵੇ। ਹੁਣ ਉਹ ਸੰਤਾਂ ਨੇ ਕਥਾ ਕੀਤੀ, ਕਥਾ ਵਿੱਚ ਉਹਨਾਂ ਦੱਸਿਆ। ਅੱਜ ਕੱਲ੍ਹ ਕਈ ਕਹਿੰਦੇ ਨੇ ਭਾਈ ਜੇ ਕਿਤੇ ਰਾਹ ਰੂਹ ਖਰਾਬ ਹੋਵੇ, ਜੇ ਕਿਤੇ ਰਾਹ ਵਿੱਚ ਕੰਢੇ ਆਦਿਕ ਹੋਣ, ਰੋਡ ਆਦਿਕ ਹੋਣ, ਵਾਟ ਦੂਰ ਦੀ ਹੋਵੇ ਤੇ ਜੋੜਾ ਪਾ ਲਓ, ਕੀ ਹਰਜਾ, ਨਵਾਂ ਲੈ ਕੇ ਪਾ ਲਓ, ਨਾ ਪੁਰਾਣਾ ਪਾਓ। ਕਈ ਤਰ੍ਹਾਂ ਦੀਆਂ ਵਿਚਾਰਾਂ, ਕਿਸੇ ਤਰ੍ਹਾਂ ਵੀ ਮਨ ਰਾਜੀ ਹੋ ਜਾਏ ਸਾਡਾ ਵੀ ਜੋੜਾ ਨਾ ਪਾਓ। ਸੰਤਾਂ ਨੇ ਤੇ ਇੱਥੋਂ ਤੱਕ ਵੀ ਕਿਹਾ ਵੀ ਖੜਾਂ ਵੀ ਨਹੀਂ ਪਾਉਣੇ। ਮਹਾਰਾਜ ਨੇ ਨੰਗੇ ਪੈਰੀ, ਮਹਾਰਾਜ ਉੱਥੋਂ ਪੋਥੀਆਂ ਸਾਹਿਬ ਲੈ ਕੇ ਆਏ ਸੀ, ਖੜਾਂ ਵੀ ਨਹੀਂ ਸੀ ਪਾਈ। ਸੋ ਮਹਾਂਪੁਰਖਾਂ ਨੇ ਫਿਰ ਦੱਸਿਆ, ਕਹਿਣ ਲੱਗੇ ਵੀ ਆਪਾਂ ਕਈ ਤਰ੍ਹਾਂ ਨਾਲ ਕਹਿੰਦੇ ਵੀ ਰਾਹ ਖਰਾਬ ਹੈ ਜੀ, ਕੋਈ ਗੱਲ ਨਹੀਂ ਜੋੜਾ ਪਾ ਲਓ, ਫਿਰ ਕੀ ਹੋ ਚੱਲਿਆ, ਪੈਰ ਨੂੰ ਕਿਤੇ ਤੰਬਾਕੂ ਨਾ ਲੱਗ ਜੇ। ਆਪਾਂ ਇੱਦਾਂ ਦੀਆਂ ਉਦਾਹਰਨਾਂ ਜਿਹੀਆਂ ਲੈ ਕੇ ਤੇ ਆਪਾਂ ਕਈ ਵਾਰ ਕੀ ਹੁੰਦਾ ਹੈ
ਵੀ ਮਨ ਜਿਹਾ ਸਮਝਾਉਣਾ ਹੁੰਦਾ, ਜਦੋਂ ਬਹੁ ਗਿਣਤੀ ਹੋ ਜਾਵੇ, ਬਹੁ ਮਤ ਹੋ ਜਾਏ ਤੇ ਫਿਰ ਕਹਿੰਦੇ ਚਲੋ ਕੋਈ ਨਹੀਂ ਪਾ ਲਓ, ਰਾਹ 'ਚ ਰੋੜੇ ਰਾੜੇ ਹੋਣਗੇ, ਸਰਦੀ ਹੈ ਜਾਂ ਗਰਮੀ ਹੈ ਤੇ ਪਾ ਲਓ, ਕੋਈ ਨਹੀਂ, ਨਵੇਂ ਲੈ ਕੇ ਪਾ ਲਓ, ਨਾ ਪੁਰਾਣੇ ਪਾਓ, ਨਵੇਂ ਜੋੜੇ ਪਾ ਲਓ, ਕੋਈ ਨਹੀਂ। ਤੇ ਸੰਤਾਂ ਨੇ ਫਿਰ ਇਹਦਾ ਜਵਾਬ ਇਹ ਦਿੱਤਾ, ਕਹਿਣ ਲੱਗੇ ਸਾਧ ਸੰਗਤ ਜੀ, ਪੰਜਵੇਂ ਪਾਤਸ਼ਾਹ ਜੀ ਵੱਲ ਵੇਖੋ। ਮਹਾਰਾਜ ਸੱਚੇ ਪਾਤਸ਼ਾਹ ਅੰਮ੍ਰਿਤਸਰ ਸਾਹਿਬ ਤੋਂ ਗੋਂਦਵਾਲ ਸਾਹਿਬ ਦੀ ਵਾਟ ਕਿੰਨੀ ਹੈ ਵੇਖੋ। ਤੇ ਬਚਨ ਤੇ ਇਹੀ ਮਿਲਦੇ ਨੇ ਕਿ ਸਤਿਗੁਰੂ ਨੰਗੇ ਚਰਨੀ ਗਏ, ਤੇ ਉਦੋਂ ਨਾਲੋਂ ਤਾਂ ਹੁਣ ਸਗੋਂ ਰਾਹ ਸਾਫ਼ ਸੁਥਰੇ ਨੇ। ਫਿਰ ਮਹਾਂਪੁਰਖਾਂ ਨੇ ਵੀ ਆਖਿਆ ਵੀ ਰੱਬ ਨੇ 2 ਹੱਥ ਕਾਹਦੇ ਲਈ ਦਿੱਤੇ ਆ ਸਾਨੂੰ, ਕਿ ਜੇ ਆਪਾਂ ਆਖੀਏ ਵੀ ਰਾਹ ਗੰਦਾ ਐਵੇਂ ਉਵੇਂ, ਰਾਹ ਸਾਫ਼ ਕਰੋ। 2 ਹੱਥ ਕਾਹਦੇ ਲਈ ਦਿੱਤੇ ਆ? ਸਫਾਈ ਨਹੀਂ ਕਰਨੀ, ਜੋੜਾ ਪਾਉਣਾ ਸਾਨੂੰ ਚੰਗਾ ਹੈ, ਕਿਉਂਕਿ ਆਪਾਂ ਉਹ ਕੰਮ ਕਰਨਾ ਜ਼ਿਆਦਾ ਸੋਚਦੇ ਹਾਂ ਜਿਹੜਾ ਸੌਖਾ ਹੋਵੇ, ਜਿਹਦੇ ਵਿੱਚ ਸੌਖ ਜ਼ਿਆਦਾ ਹੋਵੇ। ਭਾਵੇਂ ਗੁਰੂ ਮਹਾਰਾਜ ਜੀ ਦੇ ਸਿਧਾਂਤ ਨੂੰ ਸੱਟ ਵੱਜੇ, ਉਹ ਕੋਈ ਨਹੀਂ, ਪਰ ਸੌਖ ਹੋਣੀ ਚਾਹੀਦੀ ਹੈ। ਸੋ ਪੰਜਵੇਂ ਪਾਤਸ਼ਾਹ ਮਹਾਰਾਜ ਜੀ ਨੇ ਨੰਗੀ ਚਰਨੀ ਪਾਲਕੀ ਸਾਹਿਬ ਦੇ ਵਿੱਚ ਪੋਥੀਆਂ ਸਾਹਿਬ ਵਿਰਾਜਮਾਨ ਕਰਕੇ ਚੌਲ ਸਾਹਿਬ ਕਰਦੇ ਲੈ ਕੇ ਆਏ। ਫਿਰ ਇਸੇ ਤਰ੍ਹਾਂ ਸਾਧ ਸੰਗਤ ਸੀਨੇ ਬਸੀਨੇ ਗੁਰੂ ਮਹਾਰਾਜ ਨੇ ਸਰੂਪ ਰਚਿਆ, ਭਾਈ ਗੁਰਦਾਸ ਜੀ ਨੇ ਬਾਣੀ ਲਿਖੀ। ਫਿਰ ਉਹ ਸਰੂਪ ਜਦੋਂ ਤਿਆਰ ਹੋ ਗਿਆ, ਲਾਹੌਰ ਤੋਂ ਜਿਲਦ ਸਾਜੀ ਕਰਵਾਈ, ਸ੍ਰੀ ਹਰਿਮੰਦਰ ਸਾਹਿਬ ਜੀ ਦੇ ਵਿੱਚ ਪ੍ਰਕਾਸ਼ ਹੋਏ ਸਰੂਪ ਬਾਬਾ ਬੁੱਢਾ ਸਾਹਿਬ ਜੀ ਨੂੰ ਗ੍ਰੰਥੀ ਸਿੰਘ ਲਾਇਆ। ਇਹ ਵੀ ਸਾਧ ਸੰਗਤ ਜੀ ਬੜਾ ਸਿਆਣਾ ਨੁਕਤਾ ਹੈ। ਵੇਖੋ ਬਾਬਾ ਬੁੱਢਾ ਸਾਹਿਬ ਜੀ ਨੂੰ ਸਤਿਗੁਰੂ ਪੰਜਵੇਂ ਪਾਤਸ਼ਾਹ ਨੇ ਗ੍ਰੰਥੀ ਸਿੰਘ ਲਾਇਆ। ਤੁਸੀਂ ਆਖੋਗੇ ਬਾਬਾ ਜੀ ਨੂੰ ਕਿਉਂ ਲਾਇਆ? ਕਿਉਂਕਿ ਜਿੰਨੀ ਸਮਝ ਬਾਬਾ ਬੁੱਢਾ ਸਾਹਿਬ ਜੀ ਨੂੰ ਸੀ ਸਿੱਖੀ ਦੀ, ਪਹਿਲੇ ਪਾਤਸ਼ਾਹ ਤੋਂ ਲੈ ਕੇ ਪੰਜਵੇਂ ਪਾਤਸ਼ਾਹ ਤੱਕ ਜਿੰਨੀ ਸਮਝ ਉਹਨਾਂ ਨੂੰ ਸੀ, ਸ਼ਾਇਦ ਕਿਸੇ ਹੋਰ ਸਿੱਖ ਨੂੰ ਇੰਨੀ ਨਾ ਹੋਵੇ। ਕਿੰਨੀ ਇਸ ਪਦਵੀ ਦਾ ਕਿੰਨਾ ਸਤਿਕਾਰ ਕੀਤਾ ਵੀ ਕਿੰਨੇ ਸਿਆਣੇ ਗੁਰਸਿੱਖ ਨੂੰ ਧੰਨ ਗੁਰੂ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀ ਤੋਂ ਲੈ ਕੇ ਪੰਜਵੇਂ ਪਾਤਸ਼ਾਹ ਜੀ ਤੱਕ, ਫਿਰ ਛੇਵੇਂ ਪਾਤਸ਼ਾਹ ਜੀ ਦੇ ਦਰਸ਼ਨ ਵੀ ਤੇ ਬਾਬਾ ਜੀ ਨੇ ਕੀਤੇ ਹੈ, ਹੱਥੀ ਸ਼ਸਤਰ ਪਹਿਨਾਏ ਹੈ। ਸੋ ਐਸੇ ਗੁਰਸਿੱਖ ਨੂੰ, ਮਹਾਨ ਗੁਰਸਿੱਖ ਨੂੰ ਪੰਜਵੇਂ ਪਾਤਸ਼ਾਹ ਜੀ ਨੇ ਗ੍ਰੰਥੀ ਸਿੰਘ ਦੀ ਸੇਵਾ ਬਖਸ਼ੀ। ਤੇ ਇਥੋਂ ਇਹ ਵੀ ਹੈ, ਸਿੱਧ ਹੁੰਦਾ ਹੈ ਕਿ ਗ੍ਰੰਥੀ ਸਿੰਘ ਦੀ ਸੇਵਾ ਚੰਗੇ ਗੁਰਸਿੱਖਾਂ ਦੇ ਕੋਲ ਹੋਣੀ ਚਾਹੀਦੀ ਹੈ, ਸੂਝਵਾਨ ਗੁਰਸਿੱਖਾਂ ਕੋਲ। ਸੋ ਫਿਰ ਇਸੇ ਤਰ੍ਹਾਂ ਸਾਧ ਸੰਗਤ ਜੀ ਸੀਨੇ ਬਸੀਨੇ ਛੇਵੇਂ ਪਾਤਸ਼ਾਹ ਸੱਤਵੇਂ ਪਾਤਸ਼ਾਹ ਬਾਣੀ ਪੜ੍ਹਦੇ ਸੁਣਦੇ ਰਹੇ। ਸੱਚਖੰਡ ਜਾਣ ਤੋਂ ਪਹਿਲਾਂ ਅਗਲੇ ਗੁਰੂ ਦੇ ਲੜ ਲਾ ਕੇ ਜਾਂਦੇ ਰਹੇ। ਜਿਸ ਵੇਲੇ 10ਵੇਂ ਪਾਤਸ਼ਾਹ ਮਹਾਰਾਜ ਜੀ ਦਾ ਸਮਾਂ ਆਇਆ ਤੇ 10ਵੇਂ ਪਾਤਸ਼ਾਹ ਮਹਾਰਾਜ ਜੀ ਦਾ ਅਵਤਾਰ ਤੇ ਵਿਹਾਰ ਵਿੱਚ ਹੋਇਆ ਪਟਨਾ ਸਾਹਿਬ, ਤੇ ਗੁਰੂ ਮਹਾਰਾਜ 10ਵੇਂ ਪਾਤਸ਼ਾਹ ਜੋਤੀ ਜੋਤ ਸ੍ਰੀ ਹਜ਼ੂਰ ਸਾਹਿਬ ਨਾਂਦੇੜ ਮਹਾਰਾਸ਼ਟਰ ਦੀ ਧਰਤੀ ਤੇ ਸਮਾਏ ਨੇ। 1765 ਬਿਕਰਮੀ ਸੀ, ਕੱਤਕ ਸੁਦੀ ਦੂਜ ਨੂੰ ਧੰਨ ਗੁਰੂ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਸਾਨੂੰ ਸਾਧ ਸੰਗਤ ਜੀ ਧੰਨ ਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਲੜ ਪੱਕਾ ਸਦਾ ਲਈ ਲਾਤਾ। ਭਾਵੇਂ ਕਿ ਪਹਿਲੇ ਗੁਰੂਆਂ ਵੇਲੇ ਵੀ ਆਪਾਂ ਉਦੋਂ ਸਰੀਰ ਦਾ ਵੀ ਸਤਿਕਾਰ ਸੀ, ਬਾਣੀ ਦਾ ਵੀ ਸਤਿਕਾਰ ਸੀ, ਪਰ ਗੁਰੂ ਮਹਾਰਾਜ ਜੀ ਨੇ ਜਿਹੜੀ ਦੇਹ ਦੀ ਸਰੀਰ ਦੀ ਪਰੰਪਰਾ ਸੀ ਨਾ, ਉਹ ਖਤਮ ਕਰਤੀ। ਮਹਾਰਾਜ ਕਹਿੰਦੇ ਹੁਣ ਤੁਸੀਂ ਗੁਰੂ ਸ਼ਬਦ ਦੇ ਲੜ ਲੱਗਣਾ ਹੈ, ਕਿਉਂਕਿ ਸਤਿਗੁਰੂ ਮਹਾਰਾਜ ਨੂੰ ਪਤਾ ਸੀ। ਹੁਣ ਕਈ ਸਾਧ ਸੰਗਤ ਜੀ ਇੱਥੇ ਨਾ ਆਪਣੀ ਬੁੱਧੀ ਅਨੁਸਾਰ ਸ਼ੰਕਾ ਕਰ ਲੈਂਦੇ ਆ ਵੀ ਭਾਈ ਜੀ ਖੰਡੇ ਬਾਟੇ ਦਾ ਅੰਮ੍ਰਿਤ ਛਕਾਉਣਾ ਹੀ ਸੀ ਤੇ ਪਹਿਲੇ ਪਾਤਸ਼ਾਹ ਕਿਉਂ ਨਾ ਛਕਾ ਦਿੱਤੇ? ਫਿਰ ਉਹ 'ਚ ਤਾਕਤ ਘੱਟ ਸੀ ਉਹਨਾਂ 'ਚ। 10ਵੇਂ ਪਾਤਸ਼ਾਹ ਕਿਉਂ ਛਕਾਇਆ? 5ਵੇਂ ਨੇ ਕਿਉਂ ਨਹੀਂ ਛਕਾ ਦਿੱਤਾ? 6ਵੇਂ ਨੇ ਕਿਉਂ ਨਹੀਂ ਛਕਾ ਦਿੱਤਾ? 10ਵੇਂ ਕਿਉਂ ਛਕਾਇਆ? ਸਾਧ ਸੰਗਤ ਜੀ ਜਿਵੇਂ ਜਿਵੇਂ ਸਮੇਂ ਅਨੁਸਾਰ ਲੋੜ ਹੁੰਦੀ ਹੈ। ਹੁਣ ਆਪਾਂ ਸਿਆਲ ਵਿੱਚ ਤਾਂ ਨਹੀਂ ਸਾਧ ਸੰਗਤ ਜੀ ਆਪਾਂ ਠੰਡੇ ਮਿੱਠੇ ਜਲ ਦੀਆਂ ਛਬੀਲਾਂ ਲਾਉਂਦੇ, ਗਰਮੀਆਂ 'ਚ ਹੀ ਲਾਉਂਦੇ ਆ। ਜਦੋਂ ਲੋੜ ਹੈ ਜਿਸ ਚੀਜ਼ ਦੀ ਉਦੋਂ ਹੀ ਹੋਣੀ ਹੈ। ਹੁਣ ਆਪਾਂ ਜੇਠ ਹਾੜ ਦੇ ਮਹੀਨਿਆਂ ਵਿੱਚ ਤਾਂ ਨਹੀਂ ਰਜਾਈਆਂ ਲੈਂਦੇ ਜਾਂ ਕੋਟ ਪੈਂਟ ਪਾਉਂਦੇ, ਜਾਂ ਆਪਾਂ ਸਵੈਟਰ ਪਾਉਂਦੇ, ਮੋਟੇ ਮੋਟੇ ਕੱਪੜੇ ਜੂਨ ਜੇਠ ਦੇ ਮਹੀਨਿਆਂ ਵਿੱਚ ਤਾਂ ਨਹੀਂ ਪਾਉਂਦੇ, ਸਰਦੀਆਂ 'ਚ ਹੀ ਪਾਉਂਦੇ ਆ। ਜਦੋਂ ਜਦੋਂ ਸਮਾਂ ਬਣਿਆ ਉਵੇਂ ਉਵੇਂ ਗੁਰੂ ਮਹਾਰਾਜ ਜੀ ਨੇ ਸਾਨੂੰ ਦਾਤ ਬਖਸ਼ੀ। ਜੇ ਬੱਚੇ ਨੂੰ ਦੁੱਧ ਦੀ ਲੋੜ ਹੈ, ਮਾਂ ਦੁੱਧ ਹੀ ਦਊ। ਜੇ ਪ੍ਰਸ਼ਾਦੇ ਦੀ ਲੋੜ, ਪ੍ਰਸ਼ਾਦਾ ਦਊ। ਜੇ ਜਿਵੇਂ ਜਿਵੇਂ ਸਮਾਂ ਬਣਿਆ
ਸੱਚੇ ਪਾਤਸ਼ਾਹ ਮਹਾਰਾਜ ਜੀ ਨੇ ਸਾਧ ਸੰਗਤ ਜੀ ਸਰੂਪ ਪੰਜਵੇਂ ਪਾਤਸ਼ਾਹ ਜੀ ਨੇ ਵੀ ਲਿਖਵਾਇਆ ਤੇ ਸਰੂਪ 10ਵੇਂ ਪਾਤਸ਼ਾਹ ਜੀ ਨੇ ਵੀ ਲਿਖਵਾਇਆ। ਕਈ ਕਹਿੰਦੇ ਨੇ 10ਵੇਂ ਪਾਤਸ਼ਾਹ ਦੀ ਬਾਣੀ ਕਿੱਥੇ ਹੈ, ਮਹਾਰਾਜ ਚ ਬਾਣੀ ਹੈ ਨਹੀਂ, ਪਰ ਉਹ ਸ਼ਾਇਦ ਇਹ ਭੁੱਲ ਜਾਂਦੇ ਹੈ ਕਿ ਸ੍ਰੀ ਦਮਦਮਾ ਸਾਹਿਬ ਜੀ ਦੀ ਧਰਤੀ ਤੇ ਸਾਰੀ ਗੁਰਬਾਣੀ 10ਵੇਂ ਪਾਤਸ਼ਾਹ ਨੇ ਕੰਠੋਂ ਉਚਾਰੀ ਹੈ, ਉਹ ਇਹ ਭੁੱਲ ਜਾਂਦੇ ਹੈ। ਸੋ 10ਵੇਂ ਪਾਤਸ਼ਾਹ ਜੀ ਨੇ ਸ੍ਰੀ ਦਮਦਮਾ ਸਾਹਿਬ ਦੀ ਧਰਤੀ ਤੇ ਇਹ ਬਚਨ ਹੋਏ ਸੀ ਆਨੰਦਪੁਰ ਸਾਹਿਬ, ਸ੍ਰੀ ਆਨੰਦਪੁਰ ਸਾਹਿਬ। ਜਦੋਂ ਸਿੱਖ ਦੱਖਣੀ ਓੰਕਾਰ ਦੀ ਬਾਣੀ ਪੜ੍ਹ ਰਿਹਾ ਸੀ, ਕਰਤੇ ਕੀ ਮਿਤ ਕਰਤਾ ਜਾਣੈ, ਕਹਿ ਜਾਣੈ ਗੁਰਸੂਰਾ, ਕਹਿ ਦੀ ਥਾਂ ਤੇ ਉਹਨੇ ਕੇ ਪੜ੍ਹਿਆ ਸੀ। ਸੋ ਉਦੋਂ ਬਚਨ 10ਵੇਂ ਪਾਤਸ਼ਾਹ ਜਿਹੜੇ ਕੀਤੇ ਸੀ ਵੀ ਬਾਣੀ ਲੋੜ ਹੈ ਸਮਝਣ ਦੀ, ਸੰਥਿਆ ਦੀ। ਭਾਈ ਦਇਆ ਸਿੰਘ ਜੀ ਨੇ ਆਖਿਆ ਸੀ, ਪਿਆਰੇ ਦਇਆ ਸਿੰਘ ਜੀ ਨੇ, ਮਹਾਰਾਜ ਕਿਰਪਾ ਕਰੋ। ਫਿਰ ਮਹਾਰਾਜ ਕਹਿੰਦੇ ਹੁਣ ਜੰਗਾਂ ਯੁੱਧਾਂ ਦਾ ਸਮਾਂ ਹੈ, ਜਦੋਂ ਜੰਗਾਂ ਯੁੱਧਾਂ ਤੋਂ ਵਿਹਲੇ ਹੋ ਜਾਵਾਂਗੇ ਉਦੋਂ ਕਰਾਂਗੇ ਇਹ ਕਾਰਜ। ਫਿਰ ਮਹਾਰਾਜ ਜੀ ਨੇ ਦਮਦਮਾ ਸਾਹਿਬ ਜਾ ਕੇ ਇਹ ਬਚਨ ਪੂਰੇ ਕੀਤੇ ਸੀ, ਜਿਹੜੇ ਬਚਨ ਕਹੇ। ਸਾਧ ਸੰਗਤ ਜੀ, ਗੁਰੂ ਨਾਨਕ ਸਾਹਿਬ ਮਹਾਰਾਜ ਜੀ ਤੋਂ ਲੈ ਕੇ 10ਵੇਂ ਪਾਤਸ਼ਾਹ ਜੀ ਤੱਕ ਸਾਰਾ ਇਤਿਹਾਸ ਪੜ੍ਹ ਲਓ, ਇੱਕ ਵੀ ਬਚਨ ਐਸਾ ਦੱਸੋ ਜਿਹੜਾ ਮਹਾਰਾਜ ਨੇ ਕਿਹਾ ਹੋਵੇ ਤੇ ਪੂਰਾ ਨਾ ਹੋਇਆ ਹੋਵੇ। ਕੋਈ ਐਸਾ ਬਚਨ ਨਹੀਂ ਤੁਹਾਨੂੰ ਮਿਲਣਾ ਤੇ ਜਿਹੜਾ ਅੱਜ ਵੀ ਪੂਰਾ ਨਹੀਂ ਹੋ ਰਿਹਾ। ਗੁਰੂ ਮਹਾਰਾਜ ਜੀ ਦੀ ਬਾਣੀ ਅਟਲ ਹੈ, ਸੱਚਾਈ ਹੈ, ਸਦਾ ਰਹਿਣ ਵਾਲੀ ਹੈ। ਸੋ ਸਾਧ ਸੰਗਤ ਜੀ, ਸੱਚੇ ਪਾਤਸ਼ਾਹ ਮਹਾਰਾਜ ਜੀ ਨੇ ਕਿਰਪਾ ਕੀਤੀ, ਦਮਦਮਾ ਸਾਹਿਬ ਜੀ ਦੀ ਧਰਤੀ ਤੇ ਸਰੂਪ ਲਿਖਵਾਏ। ਭਾਈ ਮਣੀ ਸਿੰਘ ਜੀ ਨੂੰ ਲਿਖਾਰੀ ਲਾਇਆ। ਗੁਰੂ ਮਹਾਰਾਜ ਬਾਣੀ ਲਿਖਾਉਂਦੇ, ਭਾਈ ਮਣੀ ਸਿੰਘ ਜੀ ਲਿਖਦੇ। ਅੰਮ੍ਰਿਤ ਵੇਲੇ ਤੋਂ ਦੁਪਹਿਰ ਤੱਕ ਇਹ ਕਾਰਜ ਹੁੰਦਾ, ਦੁਪਹਿਰ ਤੋਂ ਬਾਅਦ ਸ਼ਾਮਾਂ ਤੱਕ ਫਿਰ ਸਤਿਗੁਰੂ ਸੰਥਿਆ ਕਰਵਾਉਂਦੇ ਤੇ ਅਰਥ ਦੱਸਦੇ, ਅਰਥ। ਸੋ ਇਸੇ ਤਰ੍ਹਾਂ ਮਹਾਰਾਜ ਨੇ ਸੰਪੂਰਨ ਗੁਰਬਾਣੀ ਲਿਖਵਾਈ। ਜਦੋਂ ਸੰਪੂਰਨਤਾ ਹੋ ਗਈ, ਫਿਰ ਮਹਾਰਾਜ ਜੀ ਨੇ 25 ਸਿੰਘ ਲਾ ਕੇ ਅਖੰਡ ਪਾਠ ਸਾਹਿਬ ਕਰਵਾਇਆ। ਅੱਜ ਕੱਲ੍ਹ ਸਾਧ ਸੰਗਤ ਜਿਨ੍ਹਾਂ ਨੂੰ ਨਹੀਂ ਨਾ ਪਤਾ, ਉਹ ਕਹਿੰਦੇ ਇਹ ਕਿਹੜਾ ਪਾਠ ਹੈ 25 ਸਿੰਘਾਂ ਦਾ, ਅਸੀਂ ਤੇ ਪਹਿਲੀ ਵਾਰ ਸੁਣਿਆ। ਸਾਨੂੰ ਪਹਿਲੀ ਵਾਰੀ ਪਤਾ ਲੱਗਿਆ ਹੋਏਗਾ, ਗੱਲ ਵੱਖ ਹੈ, ਪਰ ਇਹਦਾ ਮਤਲਬ ਇਹ ਨਹੀਂ ਵੀ ਜੀ ਸਾਨੂੰ ਨਹੀਂ ਪਤਾ ਤੇ ਗੱਲ ਹੋ ਹੀ ਨਹੀਂ ਸਕਦੀ। ਬਹੁਤ ਕੁਝ ਹੈ ਜਿਹੜਾ ਅਸੀਂ ਭੁਲਾਈ ਫਿਰਦੇ ਹਾਂ, ਜਿਹੜਾ ਸਾਨੂੰ ਪਤਾ ਨਹੀਂ। 25 ਸਿੰਘ ਲਾ ਕੇ ਮਹਾਰਾਜ ਜੀ ਨੇ ਅਖੰਡ ਪਾਠ ਸਾਹਿਬ ਕਰਵਾਇਆ ਸੰਪੂਰਨਤਾ ਵੇਲੇ। ਫਿਰ ਮਹਾਰਾਜ ਜੀ ਨੇ ਸੱਚੇ ਪਾਤਸ਼ਾਹ ਜੀ ਨੇ ਫਿਰ ਜਿਹੜੇ 48 ਸਿੰਘਾਂ ਵਿੱਚੋਂ 2 ਸਿੰਘਾਂ ਦੀ, ਭਾਈ ਮਣੀ ਸਿੰਘ ਜੀ ਦੀ ਤੇ ਬਾਬਾ ਦੀਪ ਸਿੰਘ ਜੀ ਦੀ ਅੱਗੇ ਸੇਵਾ ਲਾਤੀ ਵੀ ਤੁਸੀਂ ਜਿਵੇਂ ਸਾਡੇ ਤੋਂ ਸਿੱਖੇ ਹੋ ਐਵੇਂ ਅੱਗੇ ਅੱਗੇ ਸਿਖਾਉਣਾ ਹੈ। ਉਹ ਮਹਾਰਾਜ ਜੀ ਨੇ ਕਿਰਪਾ ਕਰਤੀ ਸਾਡੇ ਤੇ ਸਾਧ ਸੰਗਤ ਜੀ, ਜੇ ਕਿਰਪਾ ਗੁਰੂ ਮਹਾਰਾਜ ਨੇ ਕੀਤੀ ਤੇ ਤਾਂ ਅਸੀਂ ਅੱਜ ਸ਼ੁੱਧ ਬਾਣੀ ਪੜ੍ਹਨ ਜੋਗੇ ਹੋਏ ਆ। ਜੇ ਸਤਿਗੁਰੂ ਨੇ ਉਹ ਦਰਸ ਸਾਡੇ ਤੇ ਨਾ ਕੀਤਾ ਹੁੰਦਾ ਤੇ ਪਤਾ ਨਹੀਂ ਆਪਾਂ ਕੀ ਦਾ ਕੀ ਬਣਾਈ ਜਾਂਦੇ, ਕੀ ਦਾ ਕੀ ਕਰੀ ਜਾਂਦੇ। ਪਰ ਫਿਰ ਵੀ ਜਿੰਨੀ ਮਿਹਨਤ ਸਾਨੂੰ ਕਰਨੀ ਚਾਹੀਦੀ ਹੈ ਉਨੀ ਮਿਹਨਤ ਆਪਾਂ ਕਰਦੇ ਨਹੀਂ। ਹੁਣ ਸਾਰੀਆਂ ਗੱਲਾਂ ਵਿੱਚੇ ਆਉਣੀਆਂ। ਆਪਾਂ 10ਵੇਂ ਪਾਤਸ਼ਾਹ ਜੀ ਦੇ ਸ੍ਰੀ ਹਜ਼ੂਰ ਸਾਹਿਬ ਤੱਕ ਪਹੁੰਚਣਾ ਹੈ। ਥੋੜ੍ਹਾ ਜਿਹਾ ਇਤਿਹਾਸ ਇਸ ਵਿੱਚ ਤਾਂ ਦੱਸਿਆ ਵੀ ਭੂਮਿਕਾ ਬਣ ਜਾਵੇ, ਆਨੰਦ ਬਣ ਜਾਵੇ। ਸੋ 10ਵੇਂ ਪਾਤਸ਼ਾਹ ਜੀ ਨੇ ਕਿਰਪਾ ਕੀਤੀ, ਮਹਾਰਾਜ ਫਿਰ ਸ੍ਰੀ ਹਜ਼ੂਰ ਸਾਹਿਬ ਨੂੰ ਗਏ ਨੇ, ਕਿਉਂਕਿ ਉੱਥੇ ਵੀ ਕੁਝ ਮਹਾਰਾਜ ਜੀ ਨੇ ਕਾਰਜ ਕਰਨੇ ਸੀ। ਮਹਾਰਾਜ ਜੀ ਦਾ ਪਿਛਲੇ ਯੁੱਗ ਦਾ ਤਪ ਸਥਾਨ ਸੀ। ਸੋ ਉੱਥੋਂ ਵੀ ਮਹਾਰਾਜ ਜੀ ਨੇ ਬਾਬਾ ਬੰਦਾ ਸਿੰਘ ਬਹਾਦਰ ਨੂੰ ਭੇਜਣਾ ਸੀ, ਸਾਹਿਬਜ਼ਾਦਿਆਂ ਦਾ ਬਦਲਾ ਲੈਣ ਲਈ, ਜ਼ੁਲਮ ਦਾ ਨਾਸ਼ ਕਰਨ ਵਾਸਤੇ। ਸੋ ਮਹਾਰਾਜ ਸੱਚੇ ਪਾਤਸ਼ਾਹ ਸ੍ਰੀ ਹਜ਼ੂਰ ਸਾਹਿਬ ਗਏ। ਜਿਹੜੀ ਭੀੜ ਮਹਾਰਾਜ ਜੀ ਨੇ ਉਹ ਮਹਾਰਾਜ ਦੇ ਨਾਲ ਹੀ ਹੈ। ਸਾਧ ਸੰਗਤ ਜੀ, ਸੱਚੇ ਪਾਤਸ਼ਾਹ ਮਹਾਰਾਜ ਜੀ ਨੇ ਕਿਰਪਾ ਕੀਤੀ, ਹਜ਼ੂਰ ਸਾਹਿਬ ਪਹੁੰਚੇ, ਬੰਦਾ ਘਾਟ ਵਾਲੀ ਥਾਂ ਤੇ ਗਏ। ਉੱਥੋਂ ਬਾਬਾ ਬੰਦਾ ਸਿੰਘ ਜੀ ਬਹਾਦਰ ਨੂੰ ਪੰਜਾਬ ਵੱਲ ਨੂੰ ਤੋਰਿਆ। ਸੋ ਸੱਚੇ ਪਾਤਸ਼ਾਹ ਮਹਾਰਾਜ ਜੀ ਫਿਰ ਸੱਚਖੰਡ ਵਾਲੀ ਥਾਂ ਤੇ ਜਦੋਂ ਸਤਿਗੁਰੂ ਦਾ ਸਮਾਂ ਬਣ ਗਿਆ ਵੀ ਹੁਣ ਮਹਾਰਾਜ ਕਹਿੰਦੇ ਹੁਣ ਦੇਹ ਦੀ ਪਰੰਪਰਾ ਖਤਮ ਕਰਨੀ, ਹੁਣ ਅਸੀਂ ਆਪਣੀਆਂ ਸੰਗਤਾਂ ਨੂੰ ਧੰਨ ਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਲੜ ਲਾਉਣਾ ਹੈ। ਸੰਗਤਾਂ ਨੂੰ ਪਤਾ ਲੱਗ ਗਿਆ ਵੀ ਸਤਿਗੁਰੂ ਜੀ ਹੁਣ ਸੱਚਖੰਡ ਜਾਣ ਦੀਆਂ
ਬਾਤਾਂ ਪਾ ਰਹੇ ਨੇ। ਸੋ ਸਾਧ ਸੰਗਤ ਜੀ, ਸੰਗਤਾਂ ਨੇ ਗੁਰੂ ਮਹਾਰਾਜ ਜੀ ਨੂੰ ਬੇਨਤੀ ਕੀਤੀ, ਸਤਿਗੁਰੂ, ਪਹਿਲੇ ਗੁਰੂ ਮਹਾਰਾਜ ਜਦੋਂ ਸੱਚਖੰਡ ਵਿਰਾਜਦੇ ਰਹੇ ਨੇ, ਸਰੀਰ ਕਰਕੇ ਜਾਂਦੇ ਰਹੇ ਨੇ ਸੱਚਖੰਡ, ਮਹਾਰਾਜ ਸਾਨੂੰ ਅਗਲੇ ਗੁਰੂ ਦੇ ਲੜ ਲਾ ਕੇ ਜਾਂਦੇ ਰਹੇ ਨੇ, ਅਗਲੇ ਸਰੂਪ ਦੇ। ਮਹਾਰਾਜ ਤੁਸੀਂ ਸਾਨੂੰ ਕਿਸ ਦੇ ਲੜ ਲਾ ਕੇ ਚੱਲੇ ਹੋ? ਦਸਵੇਂ ਪਾਤਸ਼ਾਹ ਮਹਾਰਾਜ ਜੀ ਕਹਿਣ ਲੱਗੇ, ਸੰਗਤ ਜੀ, ਅਸੀਂ ਤੁਹਾਨੂੰ ਬਾਣੀ ਦੇ ਸ਼ਬਦ ਦੇ ਲੜ ਲਾ ਕੇ ਜਾਵਾਂਗੇ। ਫਿਰ ਸਤਿਗੁਰੂ ਮਹਾਰਾਜ ਜੀ ਨੇ ਤਿਆਰੀ ਕਰਵਾਈ, ਜਿਹਨੂੰ ਆਪਾਂ ਖਾਲਸੇ ਦੇ ਬੋਲੇ ਵਿੱਚ ਕਹਿੰਦੇ ਤਿਆਰਾ ਕਰਵਾਇਆ। ਮਹਾਰਾਜ ਜੀ ਕਹਿੰਦੇ, ਭਾਈ ਤਿਆਰਾ ਕਰੋ। ਧੰਨ ਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਦਾ ਪ੍ਰਕਾਸ਼ ਕੀਤਾ ਗਿਆ। ਗੁਰੂ ਮਹਾਰਾਜ ਸਾਰੀਆਂ ਸੰਗਤਾਂ ਦੇ ਆਲੇ ਦੁਆਲੇ ਸ਼ੋਭਾ ਪਾ ਰਹੀਆਂ ਨੇ। ਸਤਿਗੁਰੂ ਮਹਾਰਾਜ ਨੇ 5 ਸਿੰਘ ਗੁਰੂ ਮਹਾਰਾਜ ਜੀ ਦੀ ਤਾਬਿਆ ਖੜੇ ਨੇ। ਉਹਨਾਂ 5 ਸਿੰਘਾਂ ਦੇ ਵਿੱਚ ਸਾਧ ਸੰਗਤ ਜੀ, ਪਹਿਲੇ ਬਾਬਾ ਦੀਪ ਸਿੰਘ ਜੀ ਵੀ ਨੇ, ਭਾਈ ਗੁਰਬਖਸ਼ ਸਿੰਘ ਜੀ ਨੇ, ਉਹ ਵੀ ਨੇ। ਫਿਰ ਪਿਆਰੇ 5 ਪਿਆਰਿਆਂ ਵਿੱਚੋਂ ਪਿਆਰੇ ਧਰਮ ਸਿੰਘ ਜੀ ਨੇ। ਫਿਰ ਸਾਧ ਸੰਗਤ ਜੀ, ਭਾਈ ਸੰਤੋਖ ਸਿੰਘ ਜੀ ਨੇ, ਜਿਹੜੇ ਸ੍ਰੀ ਹਜ਼ੂਰ ਸਾਹਿਬ ਦੇ ਸੇਵਾਦਾਰ ਹੋਏ ਨੇ। ਫਿਰ ਭਾਈ ਹਰ ਸਿੰਘ ਜੀ ਹੋਏ ਨੇ। ਇਹ 5 ਪਿਆਰੇ ਗੁਰੂ ਮਹਾਰਾਜ ਜੀ ਦੀ ਤਾਬਿਆ ਖੜੇ ਨੇ। ਫਿਰ ਧੰਨ ਗੁਰੂ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਐਵੇਂ ਪੀੜਾ ਸਾਹਿਬ ਤੇ ਗੁਰੂ ਮਹਾਰਾਜ ਜੀ ਦਾ ਪ੍ਰਕਾਸ਼ ਕਰਵਾਇਆ। ਸੋਹਣੇ ਸਾਧ ਸੰਗੀ ਵਸਤਰ ਜਿਹੜੇ ਨੇ ਉਹ ਗੁਰੂ ਮਹਾਰਾਜ ਜੀ ਨੂੰ ਭੇਟਾ ਕੀਤੇ ਗਏ ਨੇ। ਸੋਹਣੇ ਵਸਤਰਾਂ ਦੇ ਵਿੱਚ ਸਤਿਗੁਰੂ ਜੀ ਦਾ ਪ੍ਰਕਾਸ਼ ਹੋਇਆ। ਹੁਣ ਇੱਥੇ ਸਾਧ ਸੰਗਤ ਜੀ, ਇਹ ਵੀ ਇੱਕ ਵਿਚਾਰ ਹੈ ਕਿ ਅੱਜ ਕੱਲ੍ਹ ਨਾ ਆਪਾਂ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਨੂੰ ਆਪਣੀ ਮਨਮਰਜ਼ੀ ਦੇ ਰੁਮਾਲੇ ਸਾਹਿਬ ਦਿੰਦੇ ਆ। ਥੋੜੇ ਦਿਨ ਹੋਏ ਇੱਕ ਵਿਚਾਰ ਹੋਈ ਸੀ, ਕਹਿੰਦੇ ਜੀ ਗੁਰੂ ਮਹਾਰਾਜ ਸੱਚੇ ਪਾਤਸ਼ਾਹ ਮਰਦ ਨੇ ਨਾ? ਕਹਿੰਦੇ ਜੀ ਹਾਂ। ਕਹਿੰਦੇ ਫਿਰ ਆਪਾਂ ਗੁਰੂ ਮਹਾਰਾਜ ਜੀ ਨੂੰ ਏਦਾਂ ਦੇ ਫੁੱਲਾਂ ਫਾਲਾਂ ਵਾਲੇ ਵਸਤਰ ਪਹਿਨਾ ਦਿੰਦੇ ਆ ਜਿਵੇਂ ਇਸਤਰੀਆਂ ਪਾਉਂਦੀਆਂ ਨੇ। ਉਹ ਜਦੋਂ ਮੈਂ ਉਸ ਗੁਰਸਿੱਖ ਤੋਂ ਗੱਲ ਸੁਣੀ ਤੇ ਮੈਂ ਵੀ ਹੈਰਾਨ ਹੋ ਗਿਆ। ਮੈਂ ਕਿਹਾ ਹਾਂ, ਗੱਲ ਤਾਂ ਐਵੇਂ ਹੀ ਹੈ। ਇਹੋ ਜਿਹੇ ਫੁੱਲਾਂ ਵਾਲੇ, ਕਢਾਈਆਂ ਵਾਲੇ, ਇਹੋ ਜਿਹੇ ਫੁੱਲਾਂ ਵਾਲੇ, ਇਹੋ ਜਿਹੇ ਰੰਗ ਆਪਾਂ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਨੂੰ ਭੇਟਾ ਕਰ ਦਿੰਦੇ ਆ, ਜਿਹੜੇ ਅਸੀਂ ਕਦੇ ਪਾ ਨਹੀਂ ਸਕਦੇ। ਜੇ ਕਦੇ ਅਸੀਂ ਪਾ ਕੇ ਨਿਕਲੀਏ, ਸਾਨੂੰ ਕੋਈ ਆ ਕੇ ਲੈ ਤੂੰ ਬੀਬੀਆਂ ਵਾਲੇ ਕੱਪੜੇ ਪਾਏ। ਕਿਉਂਕਿ ਫਰਕ ਹੈ ਨਾ, ਜਿਹੜਾ ਮਹਾਰਾਜ ਜੀ ਨੇ ਫਰਕ ਸਾਡੇ ਸਰੀਰਾਂ ਵਿੱਚ ਰੱਖਿਆ, ਉਹ ਫਰਕ ਹੈ। ਹੁਣ ਇਹੋ ਜਿਹੇ ਕਢਾਈਆਂ ਵਾਲੇ ਤੇ ਇਹੋ ਜਿਹੇ ਰੰਗਾਂ ਵਾਲੇ ਆਪਾਂ ਗੁਰੂ ਮਹਾਰਾਜ ਨੂੰ ਫੁੱਲਾਂ ਵਾਲੇ, ਸਾਨੂੰ ਐਂ ਲੱਗਦਾ ਵੀ ਹੋਰੇ ਮਹਾਰਾਜ ਦੀ ਸ਼ਾਨ ਇਹਦੇ 'ਚ ਜ਼ਿਆਦਾ, ਪਰ ਆਪਾਂ ਪ੍ਰਾਤਨਤਾ ਵਿੱਚ ਨਹੀਂ ਜਾਂਦੇ। ਕਿਉਂਕਿ ਸਾਰਾ ਕੁਝ ਤੇ ਪ੍ਰਾਤਨਤਾ 'ਚ ਹੀ ਪਿਆ ਹੈ ਨਾ। ਜਿਵੇਂ ਆਪਾਂ ਨਵੀਨਤਾ ਵੱਲ ਵਧਾਂਗੇ, ਉਵੇਂ ਮਰਿਆਦਾ 'ਚ ਸੱਟ ਵੱਜੂ, ਮਰਿਆਦਾ ਨੂੰ ਭਾਵਨਾ ਘਟੂਗੀ। ਪਿੱਛੇ ਵੇਖਾਂਗੇ ਤੇ ਭਾਵਨਾ ਵਧੂਗੀ, ਪਿਆਰ ਵਧੂਗਾ। ਇਸ ਕਰਕੇ ਸਾਧ ਸੰਗਤ ਜੀ, ਜਦੋਂ ਉਸ ਗੁਰਸਿੱਖ ਨੇ ਇਹ ਗੱਲ ਕਹੀ, ਕਹਿਣ ਲੱਗਾ, ਭਾਈ ਸਾਹਿਬ ਕਦੇ ਸੋਚਿਆ? ਕਹਿੰਦੇ ਗੁਰੂ ਮਹਾਰਾਜ ਮਰਦ ਨੇ ਨਾ? ਕਹਿੰਦੇ ਹਾਂਜੀ। ਕਹਿੰਦੇ ਫਿਰ ਗੁਰੂ ਮਹਾਰਾਜ ਨੂੰ ਏਦਾਂ ਦੇ ਆਪਾਂ ਕਢਾਈਆਂ ਫੁੱਲਾਂ ਵਾਲੇ ਰੁਮਾਲੇ ਸਾਹਿਬ ਦਿੰਨੇ ਆ, ਜਿਹੜੀਆਂ ਇਸਤਰੀਆਂ ਤੋਂ ਜ਼ਿਆਦਾ ਆਪਾਂ ਉਹਨਾਂ ਨੂੰ ਵੇਖੇ ਜਾਂਦੇ। ਹੁਣ ਜੇ ਆਪਾਂ ਪ੍ਰਾਤਨਤਾ 'ਚ ਜਾਈਏ ਤੇ ਗੁਰੂ ਸਾਹਿਬ ਮਹਾਰਾਜ ਨੂੰ ਸਾਦੇ ਕਹਿ ਲਓ ਰੁਮਾਲੇ ਸਾਹਿਬ ਭੇਟਾ ਕੀਤੇ ਜਾਂਦੇ ਸੀ, ਸੌਫਟ। ਹੁਣ ਆਪਾਂ ਚਮਕ ਚੁਮਕੀ ਜ਼ਿਆਦਾ ਵੇਖਦੇ ਹਾਂ, ਹੋਰ ਸੁੱਖ ਘੱਟ ਵੇਖਦੇ ਹਾਂ। ਜ਼ਿਆਦਾ ਚਮਕ ਵੇਖਦੇ ਹਾਂ ਆਪਾਂ ਵੀ ਚਮਕ ਚੁਮਕ ਵਾਹਵਾ ਹੈ, ਦੂਰੋਂ ਲਿਸ਼ਕ ਪੈਂਦੀ ਹੈ, ਹਰੇ ਮਹਾਰਾਜ ਬਹੁਤ ਇਹਦੇ 'ਚ ਖੁਸ਼ ਹੋਣਗੇ। ਪਰ ਜੇ ਆਪਾਂ ਪ੍ਰਾਤਨਤਾ 'ਚ ਦੇਖੀਏ ਤਾਂ ਫਿਰ ਸਾਧ ਸੰਗਤ ਜੀ ਕੁਝ ਸਾਨੂੰ ਵਿਚਾਰਾਂ ਜ਼ਰੂਰ ਕਰਨੀਆਂ ਪੈਣੀਆਂ ਨੇ। ਗੁਰੂ ਮਹਾਰਾਜ ਜੀ ਦਾ ਪ੍ਰਕਾਸ਼ ਹੋਇਆ। ਧੰਨ ਗੁਰੂ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ 5 ਪੈਸੇ ਰੱਖ ਕੇ ਭੇਟਾ ਰੱਖੀ ਮਹਾਰਾਜ ਨੇ ਗੁਰੂ ਸਾਹਿਬ ਜੀ ਦੇ ਚਰਨਾਂ 'ਚ। ਧੰਨ ਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਨਾਰੀਅਲ ਸੀ, ਨਾਰੀਅਲ ਵੀ ਭੇਟਾ ਕੀਤਾ। 5 ਪਿਆਰੇ ਗੁਰੂ ਮਹਾਰਾਜ ਜੀ ਦੀ ਤਾਬਿਆਂ ਨੇ ਧੰਨ ਗੁਰੂ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਪਰਿਕਰਮਾ ਕਰਕੇ ਸਾਧ ਸੰਗਤ ਜੀ ਧੰਨ ਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਨੂੰ ਮੱਥਾ ਟੇਕਦਾ। ਮਹਾਰਾਜ ਕਹਿਣ ਲੱਗੇ, ਖਾਲਸਾ ਜੀ, ਅੱਜ ਤੋਂ ਬਾਅਦ ਗੁਰੂ ਤੁਹਾਡੇ ਧੰਨ ਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਹੋਣਗੇ।
ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਨੂੰ ਗੁਰਤਾ ਗੱਦੀ ਬਖਸ਼ੀ। ਹੁਣ ਵੇਖੋ ਮਹਾਰਾਜ ਜੀ ਨੇ ਵੀ ਪਰਿਕਰਮਾ ਕੀਤੀਆਂ। ਹੁਣ ਆਪਾਂ ਪਰਿਕਰਮਾ ਹੀ ਨਹੀਂ ਕਰਦੇ। ਕਈ ਵਾਰ ਆਪਾਂ ਸਾਡੇ 10ਵੇਂ ਪਾਤਸ਼ਾਹ ਮਹਾਰਾਜ ਪਰਿਕਰਮਾ ਕਰ ਰਹੇ, ਕਹਿੰਦੇ 3 ਪਰਿਕਰਮਾ ਕੀਤੀਆਂ। ਜੋ ਜ਼ਿਆਦਾ ਸੁਣਨ ਵਿੱਚ ਆਪਾਂ ਸੁਣਦੇ ਹਾਂ ਇਤਿਹਾਸ। ਹੁਣ ਆਪਾਂ 3 ਤਾਂ ਕੀ ਕਰਨੀਆਂ, 1 ਹੀ ਕਰ ਲਈਏ ਬਹੁਤ ਹੈ। ਘੱਟੋ ਘੱਟ 1 ਤਾਂ ਕਰੀਏ। ਜਦੋਂ ਵੀ ਮਹਾਰਾਜ ਜੀ ਦੇ ਹਜ਼ੂਰ ਆਉਣਾ ਹੈ ਆਪਾਂ 1 ਪਰਿਕਰਮਾ ਕਰਕੇ ਬੈਠੀਏ। ਮੱਥਾ ਟੇਕ ਕੇ ਪਹਿਲਾਂ ਮੱਥਾ ਟੇਕੀਏ, ਫਿਰ ਪਰਿਕਰਮਾ ਕਰੀਏ, ਫਿਰ ਮੱਥਾ ਉੱਥੇ ਟੇਕ ਕੇ ਫਿਰ ਬਹਿ ਸਕਦੇ ਹਾਂ ਆਪਾਂ ਕਈ ਵਾਰ ਉਵੇਂ ਬਹਿ ਜਾਂਦੇ ਬਸ ਮੱਥਾ ਟੇਕ ਕੇ ਪਿੱਛੇ। ਤੇ ਕਈ ਥਾਵਾਂ ਤੇ ਸਾਧ ਸੰਗਤ ਜੀ ਗੁਰੂ ਮਹਾਰਾਜ ਜੀ ਇਸ ਤਰ੍ਹਾਂ ਨਾਲ ਪ੍ਰਕਾਸ਼ ਕਰਦੇ ਵੀ ਪਰਿਕਰਮਾ ਹੋ ਨਹੀਂ ਸਕਦੀ। ਪ੍ਰਕਾਸ਼ ਸਾਨੂੰ ਇਸ ਤਰ੍ਹਾਂ ਨਾਲ ਕਰਨਾ ਚਾਹੀਦਾ ਵੀ ਆਪਾਂ ਪਰਿਕਰਮਾ ਕਰ ਸਕੀਏ। ਇਹ ਚੀਜ਼ ਦਾ ਧਿਆਨ ਰੱਖਣਾ। ਕਈ ਵਾਰ ਉਹ ਬੈੱਡ ਕੰਧ ਦੇ ਨਾਲ ਹੀ ਜੋੜਿਆ ਹੁੰਦਾ ਤੇ ਕਿੱਦਾਂ ਪਰਿਕਰਮਾ ਕਰਾਂਗੇ, ਜਾਂ ਟੱਪ ਕੇ ਜਾਵਾਂਗੇ ਫਿਰ ਪਿੱਛੋਂ ਦੀ। ਪਰ ਨਹੀਂ, ਥੋੜੀ ਜਿਹੀ ਜਗ੍ਹਾ ਛੱਡੋ ਪਿੱਛੋਂ ਤਾਂ ਜੋ ਪਰਿਕਰਮਾ ਹੋ ਸਕਣ ਗੁਰੂ ਮਹਾਰਾਜ ਜੀ ਦੀਆਂ। ਗੁਰੂ ਮਹਾਰਾਜ ਜੀ ਨੇ ਮੱਥਾ ਟੇਕਤਾ ਤੇ ਕਿਹਾ ਆਗਿਆ ਭਈ ਅਕਾਲ ਕੀ। ਆ ਜਿਹੜੇ ਸ਼ਬਦ ਨੇ ਨਾ ਸਾਧ ਸੰਗਤ ਜੀ, ਕਈ ਵਾਰ ਨਾ ਆਪਾਂ ਅਰਦਾਸ ਵਿੱਚ ਬੜਾ ਕੁਝ ਮੰਗਦੇ ਆ ਤੇ ਜੇ ਆਪਾਂ ਜ਼ਿਆਦਾ ਥੋੜੀ ਜਿਹੀ ਗਹਿਰਾਈ ਵਿੱਚ ਜਾਈਏ ਤੇ ਕਿੰਨੇ ਸਾਲ ਹੋ ਗਏ ਨੇ ਸਾਨੂੰ ਅਰਦਾਸ ਕਰਦਿਆਂ ਨੂੰ। ਸਾਨੂੰ ਅਜੇ ਅਰਦਾਸ ਬਾਰੇ ਨਹੀਂ ਪਤਾ ਵੀ ਅਰਦਾਸ ਵਿੱਚ ਕੀ ਕੁਝ ਕਹਿੰਦੇ ਆ ਤੇ ਮੰਗਦੇ ਕੀ ਆ ਤੇ ਨਜ਼ਰਅੰਦਾਜ਼ ਕੀ ਕਰਦੇ ਆ। ਹੁਣ ਸਾਧ ਸੰਗਤ ਜੀ ਜਦੋਂ ਆਪਾਂ 5 ਪਿਆਰਿਆਂ ਨੂੰ ਪਹਿਲਾਂ 10 ਗੁਰੂ ਸਾਹਿਬਾਨਾਂ ਨੂੰ ਧਿਆਉਂਦੇ ਆ, ਫਿਰ 5 ਪਿਆਰਿਆਂ ਨੂੰ, 4 ਸਾਹਿਬਜ਼ਾਦਿਆਂ ਨੂੰ, 40 ਮੁਕਤਿਆਂ ਨੂੰ, ਹਠੀਆਂ ਨੂੰ, ਜਪੀਆਂ ਨੂੰ, ਤਪੀਆਂ ਨੂੰ, ਜਿਨ੍ਹਾਂ ਨਾਮ ਜਪਿਆ ਉਹਨਾਂ ਨੂੰ, ਜਿਨ੍ਹਾਂ ਵੰਡ ਕੇ ਛਕਿਆ ਉਹਨਾਂ ਨੂੰ ਧਿਆਉਂਦੇ ਆਪਾਂ। ਇਹ ਤੁਸੀਂ ਇਹ ਸਾਰੇ ਜਿਹੜੇ ਅਰਦਾਸ ਦੇ ਬੰਦ ਨੇ ਸਾਰੇ ਚੇਤੇ ਕਰ ਲਓ। ਚਲੋ ਮੈਂ ਬੋਲ ਦਿੰਦਾ 5 ਪਿਆਰਿਆਂ, 4 ਸਾਹਿਬਜ਼ਾਦਿਆਂ, 40 ਮੁਕਤਿਆਂ, ਹਠੀਆਂ, ਜਪੀਆਂ, ਤਪੀਆਂ, ਜਿਨ੍ਹਾਂ ਨਾਮ ਜਪਿਆ, ਵੰਡ ਛਕਿਆ, ਦੇਗ ਚਲਾਈ, ਤੇਗ ਵਾਹੀ, ਦੇਖ ਕੇ ਅਣਡਿੱਠ ਕੀਤਾ। ਤਿੰਨਾਂ ਪਿਆਰਿਆਂ ਸਚਿਆਰਿਆਂ ਦੀ ਕਮਾਈ ਦਾ ਧਿਆਨ ਕਰਕੇ ਬੋਲੋ ਜੀ ਵਾਹਿਗੁਰੂ। ਫਿਰ ਜਿਨ੍ਹਾਂ ਸਿੰਘਾਂ ਸਿੰਘਣੀਆਂ ਨੇ ਧਰਮ ਹੇਤ ਸੀਸ ਦਿੱਤੇ, ਬੰਦ ਬੰਦ ਕਟਾਏ, ਖੋਪਰੀਆਂ ਨੁਹਾਈਆਂ, ਚਰਖੜੀਆਂ ਤੇ ਚੜੇ, ਆਰਿਆਂ ਨਾਲ ਚਰਾਏ ਗਏ, ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ, ਧਰਮ ਨਹੀਂ ਹਾਰਿਆ, ਸਿੱਖੀ ਕੇਸਾਂ ਸੁਆਸਾਂ ਨਾਲ ਨਿਭਾਹੀ। ਇਹਨਾਂ ਪੁਰਾਤਨ ਅਤੇ ਵਰਤਮਾਨ ਸਮੇਂ ਦੇ ਸਰਬੱਤ ਸ਼ਹੀਦਾਂ ਦੀ ਕਮਾਈ ਦਾ ਧਿਆਨ ਧਰ ਕੇ ਬੋਲੋ ਜੀ ਵਾਹਿਗੁਰੂ। ਫਿਰ 5 ਤਖਤਾਂ ਸਰਬੱਤ ਗੁਰਦੁਆਰਿਆਂ ਦਾ ਧਿਆਨ ਧਰ ਕੇ ਬੋਲੋ ਜੀ ਵਾਹਿਗੁਰੂ। ਸਾਰੇ ਗੁਰਦੁਆਰਿਆਂ ਦਾ ਧਿਆਨ ਧਰ ਕੇ, 5 ਤਖਤਾਂ ਦਾ ਧਿਆਨ ਧਰ ਕੇ। ਫਿਰ ਇਸ ਤੋਂ ਬਾਅਦ ਸਾਧ ਸੰਗਤ ਜੀ ਅੱਗੇ ਸਾਡਾ ਸ਼ੁਰੂ ਹੋ ਜਾਂਦਾ ਸਿਲਸਿਲਾ। 5 ਤਖਤਾਂ ਗੁਰਦੁਆਰਿਆਂ ਦਾ ਧਿਆਨ ਧਰ ਕੇ, 5 ਤਖਤਾਂ ਸਰਬੱਤ ਗੁਰਦੁਆਰਿਆਂ ਦਾ ਧਿਆਨ ਧਰ ਕੇ ਬੋਲੋ ਜੀ ਵਾਹਿਗੁਰੂ। ਪ੍ਰਥਮੇ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੀ। ਸਰਬੱਤ ਖਾਲਸਾ ਜੀ ਕੋ ਵਾਹਿਗੁਰੂ 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 ਚੇਤਾ ਆਵੇ। ਚਿੱਤ ਆਵਣ ਕਾ ਸਦਕਾ, ਪਹਿਲਾਂ ਵਾਹਿਗੁਰੂ ਵਾਹਿਗੁਰੂ ਚੇਤਾ ਆਵੇ, ਫਿਰ ਚਿੱਤ ਆਵਣ ਕਾ ਸਦਕਾ ਸਰਬ ਸੁਖ ਹੋਵੇ। ਸਾਰਾ ਕੁਝ ਤੇ ਮੰਗ ਲਿਆ ਆਪਾਂ, ਪਰ ਫਿਰ ਵੀ ਆਪਣੇ ਕਈ ਵਾਰ ਅਰਦਾਸ ਵਿੱਚ ਨਾ ਬਾਅਦ ਚੁੱਕ ਹੀ ਕੁਝ ਮੰਗੀ ਜਾਂਦੇ ਆ, ਸੁੱਖ ਕਈ ਤਰ੍ਹਾਂ ਦੇ, ਪਰ ਇੱਥੇ ਤਾਂ ਆਪਾਂ ਸਭ ਕੁਝ ਪਹਿਲੇ ਮੰਗ ਚੁੱਕੇ। ਸਰਬ ਸੁਖ ਹੋਵੇ। ਫਿਰ ਜਹਾਂ ਜਹਾਂ ਖਾਲਸਾ ਜੀ ਸਾਹਿਬ, ਤਹਾਂ ਤਹਾਂ ਰਛਿਆ ਰਿਆਇਤ, ਦੇਗ ਤੇਗ ਫਤਿਹ, ਬਿਰਦ ਕੀ ਪੈਜ, ਪੰਥ ਕੀ ਜੀਤ, ਸ੍ਰੀ ਸਾਹਿਬ ਦੀ ਸਹਾਏ। ਸ੍ਰੀ ਸਾਹਿਬ ਜੀ ਦੀ ਸਹਾਇਤਾ, ਇਹ ਸ੍ਰੀ ਸਾਹਿਬ ਪਾ ਕੇ ਆਪਾਂ ਖੁਸ਼ ਨਹੀਂ। ਸ੍ਰੀ ਸਾਹਿਬ ਜੀ ਸਹਾਏ, ਖਾਲਸਾ ਜੀ ਕੇ ਬੋਲ ਬਾਲੇ ਬੋਲੋ ਜੀ ਵਾਹਿਗੁਰੂ। ਫਿਰ ਅੱਗੇ ਆਪਾਂ ਸਾਧ ਸੰਗਤ ਜੀ ਸਿੱਖਾਂ ਨੂੰ ਸਿੱਖੀ ਦਾਨ, ਕੇਸ ਦਾਨ, ਸਿੱਖਾਂ ਨੂੰ ਸਿੱਖੀ ਦਾਨ, ਕੇਸ ਦਾਨ, ਰਹਿਤ ਦਾਨ, ਰਹਿਤ ਵੀ ਮੰਗਦੇ ਆ ਤੇ ਰਹਿਤ ਰੱਖ ਕੇ ਖੁਸ਼ ਨਹੀਂ ਆਪਾਂ। ਜੇ ਕੋਈ ਰਹਿਤ ਰੱਖਦਾ ਹੈ ਤੇ ਸਾਨੂੰ ਵੀ ਕਈਆਂ ਨੇ ਆਖਿਆ ਉੱਥੇ ਪੰਜਾਬ, ਜੇ ਕਿਸੇ ਦੇ ਘਰੇ ਜਾਣਾ ਤੇ ਉੱਥੋਂ ਉਹਨਾਂ ਕਹਿਣਾ ਛਕ ਲਓ। ਜੇ ਆਪਾਂ ਉਹ ਸਮਾਂ ਵੇਖ ਕੇ ਕਹਿਣਾ ਜੀ ਨਹੀਂ ਅਸੀਂ ਛਕ ਨਹੀਂ ਸਕਦੇ,
ਉਹ ਕਹਿਣ ਲੱਗੇ ਉਹ ਦੂਜੇ ਬਾਬੇ ਤੇ ਛਕ ਲੈਂਦੇ, ਤੁਸੀਂ ਕੋਈ ਬਹੁਤਾ ਅੰਮ੍ਰਿਤ ਛਕਿਆ, ਤੁਸੀਂ ਕੋਈ ਵੱਖਰਾ ਅੰਮ੍ਰਿਤ ਛਕਿਆ, ਉਹ ਦੂਜੇ ਦਾ ਛਕ ਲੈਂਦੇ, ਤੁਸੀਂ ਕਿਉਂ ਨਹੀਂ ਛਕਦੇ? ਜੇ ਰੱਖਦੇ ਆ ਜਿਹੜੇ ਰਹਿਤ ਰੱਖਦੇ, ਫਿਰ ਰੱਖਣ ਨਹੀਂ ਦਿੰਦੇ। ਇਸ ਕਰਕੇ ਸਿੱਖਾਂ ਨੂੰ ਸਿੱਖੀ ਦਾਨ, ਕੇਸ ਦਾਨ, ਰਹਿਤ ਦਾਨ, ਵਿਵੇਕ ਦਾਨ। ਰਹਿਤ ਵੀ ਮੰਗਦੇ ਆ ਆਪਾਂ, ਪਰ ਰਹਿਤ ਰੱਖਣਾ ਨਹੀਂ ਚਾਹੁੰਦੇ। ਰੇਹੜੀਆਂ ਰੂੜੀਆਂ ਤੋਂ ਖਾਣ ਲੱਗਿਆ ਆਪਾਂ ਸੋਚਦੇ ਨਹੀਂ ਵੀ ਅਰਦਾਸ ਵਿੱਚ ਤਾਂ ਆਪਾਂ ਜਿੰਨੇ ਵੀ ਆਪਾਂ ਹੱਥ ਜੋੜ ਕੇ ਖਲੋਤੇ ਹੁੰਦੇ ਆ ਨਾ, ਹੁਣ ਆਪਾਂ ਅਰਦਾਸ ਕਰਨੀ ਹੈ, ਤੇ ਅਰਦਾਸ ਵਿੱਚ ਜਿੰਨੇ ਵੀ ਖਲੋਤੇ ਨੇ ਸਾਰਿਆਂ ਨੇ ਮੰਗਣਾ ਹੈ। ਪਰ ਜਦੋਂ ਸਾਨੂੰ ਬਾਹਰਲੀਆਂ ਚੀਜ਼ਾਂ, ਬਾਜ਼ਾਰਾਂ ਦੀਆਂ ਚੀਜ਼ਾਂ ਖਾਣੀਆਂ ਪੈਣ, ਉਦੋਂ ਆਪਾਂ ਵਹਿੰਦੇ ਨਹੀਂ। ਆਪਾਂ ਉਦੋਂ ਸਾਨੂੰ ਉਹ ਚੀਜ਼ਾਂ ਸਵਾਦ ਹੀ ਬੜੀਆਂ ਲੱਗਦੀਆਂ, ਫਾਸਟ ਫੂਡ ਬਾਹਰ ਦਾ, ਉਦੋਂ ਆਪਾਂ ਰਹਿਤ ਨਹੀਂ, ਉਦੋਂ ਨਜ਼ਰਅੰਦਾਜ਼ ਕਰ ਦਿੰਦੇ ਹਾਂ ਗੁਰੂ ਦੀ ਅਰਦਾਸ ਨੂੰ। ਸਿੱਖਾਂ ਨੂੰ ਸਿੱਖੀ ਦਾਨ, ਕੇਸ ਦਾਨ, ਰਹਿਤ ਦਾਨ, ਵਿਵੇਕ ਦਾਨ, ਵਿਸਾਹ ਦਾਨ, ਭਰੋਸਾ ਦਾਨ, ਦਾਨਾ ਸਿਰ ਦਾਨ, ਨਾਮ ਦਾਨ, ਸ੍ਰੀ ਅੰਮ੍ਰਿਤਸਰ ਸਾਹਿਬ ਜੀ ਦੇ ਦਰਸ਼ਨ ਇਸ਼ਨਾਨ। ਚੌਂਕੀਆਂ ਝੰਡੇ ਹੋਂਗੇ, ਜੁਗੋ ਜੁਗ ਅਟਲ, ਧਰਮ ਕਾ ਜੈਕਾਰ ਬੋਲੋ ਜੀ ਵਾਹਿਗੁਰੂ। ਫਿਰ ਸਿੱਖਾਂ ਦਾ ਮਨ ਨੀਵਾਂ, ਮੱਤ ਉੱਚੀ। ਮਨ ਨੀਵਾਂ ਰੱਖਣਾ ਹੈ ਤੇ ਮੱਤ ਉੱਚੀ ਰੱਖਣੀ ਹੈ। ਮਨ ਨੀਵਾਂ ਰੱਖਣਾ ਹੈ। ਸਿੱਖਾਂ ਦਾ ਮਨ ਨੀਵਾਂ, ਮੱਤ ਉੱਚੀ। ਮੱਤ ਪੱਤ ਦਾ ਰਾਖਾ ਆਪ ਵਾਹਿਗੁਰੂ। ਮੱਤ ਦਾ ਤੇ ਪੱਤ ਦਾ ਰਾਖਾ ਵਾਹਿਗੁਰੂ। ਸੋ ਸਾਧ ਸੰਗਤ ਜੀ, ਫਿਰ ਆਪਾਂ ਅਰਦਾਸ ਤੋਂ ਬਾਅਦ ਆਪਾਂ ਦੋਹਰਾ ਪੜ੍ਹਦੇ ਹਾਂ ਨਾ, ਆਪਾਂ ਕਈ ਵਾਰ ਐਵੇਂ ਸੁਸਤਪੁਣੇ 'ਚ ਹੀ ਪੜ੍ਹ ਜਾਂਦੇ ਹਾਂ, ਸੁਸਤਪੁਣੇ 'ਚ ਹੀ। ਬਸ ਉਹ ਗ੍ਰੰਥੀ ਸਿੰਘ ਜੀ, ਅਰਦਾਸੀਆ ਸਿੰਘ ਨੂੰ ਮੇਵੜਾ ਸਿੰਘ ਵੀ ਕਹਿੰਦੇ, ਮੇਵੜਾ ਸਿੰਘ। ਮੇਵੜਾ ਮਤਲਬ ਅਰਦਾਸੀਆ, ਅਰਦਾਸ ਕਰਨ ਵਾਲਾ। ਅਰਦਾਸੀਆ ਸਿੰਘ ਜਦੋਂ ਹੁਣ ਭਾਈ ਸਾਹਿਬ ਜੀ ਹੁਣਾਂ ਨੇ ਅਰਦਾਸ ਕਰਨੀ ਹੈ ਤੇ ਆਪਾਂ ਦੋਹਰਾ ਪੜ੍ਹਨਾ ਹੈ, ਤੇ ਆਪਾਂ ਸਾਰੇ ਹੀ ਆਪਾਂ ਕਈ ਵਾਰ ਆਪਾਂ ਉਹ ਸੁਸਤਪੁਣੇ 'ਚ ਹੀ ਪੜ੍ਹ ਜਾਣਾ ਹੈ। ਆ ਗਿਆ ਭਈ ਕਾਲ ਕੀ ਤਵੀ ਚਲਾਇਓ ਪੰਥ, ਸੁਸਤਪੁਣੇ 'ਚ ਹੀ, ਉਹਦੇ ਮਤਲਬ ਨਹੀਂ ਸਮਝਣਾ। ਹੁਣ ਅੱਜ ਦਾ ਜਿਹੜਾ ਆਪਾਂ ਦਿਹਾੜਾ ਮਨਾ ਰਹੇ ਹਾਂ, ਇਹਦੇ ਨਾਲ ਸੰਬੰਧ ਹੈ ਦੋਹਰੇ ਦਾ। ਗੁਰੂ ਮਹਾਰਾਜ ਜੀ ਨੇ, 10ਵੇਂ ਪਾਤਸ਼ਾਹ ਜੀ ਨੇ ਬਚਨ ਕਹੇ, ਆ ਗਿਆ ਭਈ ਅਕਾਲ ਕੀ ਤਵੀ ਚਲਾਇਓ ਪੰਥ। ਮਹਾਰਾਜ ਨੇ ਆਖਿਆ, ਖਾਲਸਾ ਜੀ, ਅਕਾਲ ਪੁਰਖ ਦੀ ਆਗਿਆ ਹੋਈ, ਅਸੀਂ ਤਾਂ ਪੰਥ ਚਲਾਇਆ ਹੈ, ਆਪਣੀ ਮਰਜ਼ੀ ਨਾਲ ਨਹੀਂ ਕੁਝ ਵੀ ਕੀਤਾ। ਆਪਣੀ ਮਰਜ਼ੀ ਨਾਲ ਮਤਾਂ ਸੋਚੋ ਵੀ ਮੈਂ ਮਰਜ਼ੀ ਕੀਤੀ ਹੈ, ਮਰਜ਼ੀ ਨਹੀਂ। ਆਗਿਆ ਭਈ ਅਕਾਲ ਕੀ, ਭਈ ਦਾ ਮਤਲਬ ਹੋਈ, ਅਕਾਲ ਪੁਰਖ ਦੀ ਆਗਿਆ ਹੋਈ। ਆਗਿਆ ਭਈ ਅਕਾਲ ਕੀ ਤਬੀ ਚਲਾਇਓ ਪੰਥ। ਮਹਾਰਾਜ ਕਹਿੰਦੇ ਤਾਂ ਪੰਥ ਚਲਾਇਆ। ਹੁਣ ਆਪਾਂ ਕਈ ਵਾਰ ਕਹਿੰਦੇ ਆ ਕੌਮ, ਪਰ ਕੌਮ ਨਹੀਂ, ਪੰਥ ਚਲਾਇਆ। ਗੁਰੂ ਮਹਾਰਾਜ ਦਾ ਪੰਥ ਹੋਏ, ਕੌਮ ਨਹੀਂ ਆ। ਕਈ ਗੱਲਾਂ ਸਾਧ ਸੰਗਤ ਜੀ ਆਪਾਂ ਜਾਣੇ ਅਣਜਾਣੇ ਵਿੱਚ ਨਾ ਬੋਲ ਹੋ ਜਾਂਦੀਆਂ ਆਪਣੇ ਕੋਲ, ਪਰ ਆਪਾਂ ਵਿਚਾਰਦੇ ਨਹੀਂ ਵੀ ਕੀ ਚੀਜ਼ ਹੋ। ਇਹ ਫਿਰ ਆਪਾਂ ਜਦੋਂ ਸਮਾਂ ਲਾਵਾਂਗੇ, ਵਿਚਾਰ ਕਰਾਂਗੇ, ਮਿਹਨਤ ਕਰਾਂਗੇ, ਤਾਂ ਪਤਾ ਲੱਗਣਾ। ਮਹਾਰਾਜ ਕਹਿੰਦੇ ਕੌਮ ਨਹੀਂ ਤਾਂ ਮਹਾਰਾਜ ਨੇ ਕਹਿ ਦੇਣਾ ਸੀ, ਆਗਿਆ ਭਈ ਅਕਾਲ ਕੀ ਤਬੀ ਚਲਾਇਓ ਕੌਮ, ਕਹਿ ਦੇਣਾ ਸੀ ਮਹਾਰਾਜ ਨੇ, ਪਰ ਨਹੀਂ। ਮਹਾਰਾਜ ਨੇ ਆਖਿਆ, ਆਗਿਆ ਭਈ ਅਕਾਲ ਕੀ ਤਬੀ ਚਲਾਇਓ ਪੰਥ। ਇਹ ਪੰਥ ਹੈ ਗੁਰੂ ਸਾਹਿਬ ਜੀ ਦਾ ਪੰਥ। ਸਭ ਸਿੱਖਾਂ ਕੋ ਹੁਕਮ ਹੈ। ਮਹਾਰਾਜ ਨੇ ਬੇਨਤੀ ਨਹੀਂ ਕੀਤੀ। ਹੁਣ ਬੇਨਤੀ ਵਿੱਚ ਤੇ ਹੁਕਮ ਵਿੱਚ ਫਰਕ ਸਮਝਿਓ ਸਾਧ ਸੰਗਤ ਜੀ। ਬੇਨਤੀ ਵਿੱਚ ਤੇ ਹੁਕਮ ਵਿੱਚ ਫਰਕ। ਬੇਨਤੀ ਹੁੰਦੀ ਹੈ, ਹੁਣ ਜਿੰਨੇ ਆਪਾਂ ਬੈਠੇ ਹਾਂ, ਜੇ ਮੈਂ ਆਪ ਜੀ ਨੂੰ ਕਿਸੇ ਵਿੱਚੋਂ ਕਿਸੇ ਨੂੰ ਬੇਨਤੀ ਕਰਾਂ ਵੀ ਸਾਧ ਸੰਗਤ ਜੀ, ਜਾਂ ਮੰਨ ਲਓ ਜਿੰਨੇ ਵੀ ਆਪਾਂ ਬੈਠੇ ਹਾਂ ਗੁਰਸਿੱਖ, ਜਿੰਨੇ ਵੀ ਆਪਾਂ ਬੈਠੇ ਹਾਂ, ਜੇ ਮੈਂ ਤੁਹਾਡੇ ਵਿੱਚੋਂ ਕਿਸੇ ਵੀ ਗੁਰਸਿੱਖ ਨੂੰ ਕਹਾਂ, ਚਲੋ ਭਾਈ ਜਗਦੀਪ ਸਿੰਘ ਜੀ ਬੈਠੇ ਆ, ਮੈਂ ਇਹਨਾਂ ਨੂੰ ਕਹਾਂ ਭਾਈ ਸਾਹਿਬ ਜੀ ਬੇਨਤੀ ਹੈ ਤੁਹਾਨੂੰ ਵੀ ਆਹ ਕੰਮ ਤੁਸੀਂ ਕਰਨਾ ਹੈ। ਹੁਣ ਬੇਨਤੀ ਦਾ ਮਤਲਬ ਇਹ ਮੈਂ ਬੇਨਤੀ ਕਰਤੀ, ਹੁਣ ਅੱਗੋਂ ਇਹਨਾਂ ਦੀ ਮਰਜ਼ੀ ਹੈ ਮੇਰੀ ਬੇਨਤੀ ਨੂੰ ਮੰਨਣ ਜਾਂ ਨਾ ਮੰਨਣ। ਜੇ ਇਹਨਾਂ ਨੂੰ ਪੁੱਗਦਾ ਹੋਊ ਤਾਂ ਮੰਨ ਲੈਣਗੇ, ਨਾ ਪੁੱਗਦਾ ਹੋਊ ਤੇ ਨਹੀਂ ਮੰਨਣਗੇ। ਪਰ ਜੇ ਮੈਂ ਆਖਾਂ ਤੁਹਾਨੂੰ ਹੁਕਮ ਵਾ ਇਹ ਮੇਰਾ, ਤੇ ਉਹ ਫਿਰ ਇਹਨਾਂ ਨੂੰ ਮੰਨਣਾ ਹੀ ਪੈਣਾ। ਹੁਕਮ ਨਹੀਂ ਮੋੜਿਆ ਜਾ ਸਕਦਾ। ਬੇਨਤੀ ਅਜੇ ਕਹਿ ਸਕਦੇ ਆ ਵੀ ਭਾਈ ਸਾਹਿਬ ਮੈਨੂੰ ਅੱਗੋਂ ਕਹਿ ਸਕਦੇ ਮੈਂ ਬੇਨਤੀ ਕਰਾਂ, ਤੇ ਮੈਨੂੰ ਅੱਗੋਂ ਕਹਿ ਸਕਦੇ ਆ ਭਾਈ ਸਾਹਿਬ ਮੈਂ ਨਾ ਕੰਮ ਕਰ ਤਾਂ ਦਿੰਦਾ ਪਰ ਮੈਨੂੰ ਥੋੜਾ ਰੁਝੇਵਾਂ ਹੈ ਤੇ ਇਸ ਕਰਕੇ ਥੋੜਾ ਔਖਾ ਹੈ, ਹੋ ਸਕਦਾ ਇਹਨਾਂ। ਪਰ ਜੇ ਮੈਂ ਆਖਾਂ ਹੁਕਮ ਵਾ, ਫਿਰ ਨਹੀਂ ਕੋਈ ਗੱਲ, ਫਿਰ ਮੰਨਣਾ ਪੈਣਾ। ਜਿਵੇਂ ਕਿਵੇਂ ਔਖੇ ਹੋਈਏ ਸੌਖੇ ਹੋਈਏ, ਹੁਕਮ ਫਿਰ ਕਮਾਉਣਾ ਪੈਣਾ, ਮੰਨਣਾ ਪੈਣਾ।
महाराज ने बेनती नहीं कही, महाराज ने आख्या सब सिखण को हुक्म है गुरु मान्यो ग्रंथ, गुरु ग्रंथ नूं गुरु मनना है। फिर अगे महाराज ने बचन कहे ने गुरु ग्रंथ जी मान्यो प्रगट गुरां की देह, गुरु साहिबाना की देह समझनी है। ਸਰੂਪ ਜਿਵੇਂ ਆਪਾਂ ਧੰਨ ਗੁਰੂ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀ ਨੂੰ ਸਮਝਣਾ ਹੈ, ਧੰਨ ਗੁਰੂ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਸਮਝਣਾ ਹੈ, ਦਸਾਂ ਪਾਤਸ਼ਾਹੀਆਂ ਦਾ ਸਰੂਪ ਸਮਝਣਾ ਹੈ। ਆਗਿਆ ਭਈ ਅਕਾਲ ਕੀ ਤਬੀ ਚਲਾਇਓ ਪੰਥ, ਸਭ ਸਿੱਖਣ ਕੋ ਹੁਕਮ ਹੈ ਗੁਰੂ ਮਾਨਿਓ ਗ੍ਰੰਥ, ਗੁਰੂ ਗ੍ਰੰਥ ਜੀ ਮਾਨਿਓ ਪ੍ਰਗਟ ਗੁਰਾਂ ਕੀ ਦੇਹ। ਮਹਾਰਾਜ ਨੇ ਅੱਗੇ ਫਿਰ ਬਚਨ ਕਹੇ, ਸਿੱਖਾਂ ਨੇ ਬੇਨਤੀ ਕੀਤੀ ਸੀ ਮਹਾਰਾਜ ਤੁਹਾਨੂੰ ਮਿਲਣਾ ਹੋਵੇ, ਸਤਿਗੁਰੂ ਕਹਿੰਦੇ ਜੇ ਸਾਨੂੰ ਮਿਲਣਾ ਹੈ ਨਾ, ਮਹਾਰਾਜ ਜੀ ਕਹਿੰਦੇ ਨੇ ਫਿਰ ਕੀ ਕਰਨਾ ਹੈ, ਫਿਰ ਸ਼ਬਦ ਦੀ ਵਿਚਾਰ ਕਰ ਲਿਓ। ਆਗਿਆ ਭਈ ਅਕਾਲ ਕੀ ਤਬੀ ਚਲਾਇਓ ਪੰਥ, ਸਭ ਸਿੱਖਣ ਕੋ ਹੁਕਮ ਹੈ ਗੁਰੂ ਮਾਨਿਓ ਗ੍ਰੰਥ, ਗੁਰੂ ਗ੍ਰੰਥ ਜੀ ਮਾਨਿਓ ਪ੍ਰਗਟ ਗੁਰਾਂ ਕੀ ਦੇਹ, ਜੋ ਪ੍ਰਭ ਕੋ ਮਿਲਿਓ ਚਾਹੇ। ਕੀ ਕਰਨਾ ਫਿਰ, ਖੋਜ ਸ਼ਬਦ ਮੈਂ ਲੈ, ਸ਼ਬਦ ਵਿੱਚੋਂ ਲੱਭਣਾ ਹੈ। ਤੇ ਸ਼ਬਦ ਦੀ ਵਿਚਾਰ ਤੇ ਆਪਾਂ ਕਰਦੇ ਕੋਈ ਨਹੀਂ, ਆਪਾਂ ਸ਼ਬਦ ਦੀ ਵਿਚਾਰ ਬਹੁਤ ਘੱਟ ਕਰਦੇ ਹਾਂ। ਤੇ ਜਿੰਨਾ ਸਮਾਂ ਆਪਾਂ ਸ਼ਬਦ ਦੀ ਵਿਚਾਰ ਨਹੀਂ ਨਾ ਕਰਦੇ, ਉਹਨਾਂ ਸਮਾਂ ਸਾਧ ਸਾਂਝੀ ਸਾਨੂੰ ਗੁਰੂ ਨਹੀਂ ਮਿਲਣੇ। ਭਾਵ ਜੇ ਆਪਾਂ ਆਖੀਏ ਜੀ ਮੈਨੂੰ ਗੁਰੂ ਮਿਲ ਗਏ ਨੇ, ਗੁਰੂ ਕਿੱਦਾਂ ਮਿਲ ਗਏ, ਸਾਨੂੰ ਗੁਰੂ ਦੀ ਵਿਚਾਰ ਨਹੀਂ ਪਤਾ, ਸਾਨੂੰ ਗੁਰੂ ਦਾ ਇਤਿਹਾਸ ਨਹੀਂ ਪਤਾ, ਗੁਰੂ ਦੀ ਮਰਿਆਦਾ ਨਹੀਂ ਪਤਾ, ਗੁਰੂ ਦੀ ਰਾਹ ਰੀਤ ਨਹੀਂ ਪਤਾ, ਗੁਰੂ ਮਹਾਰਾਜ ਜੀ ਨੇ ਬਾਣੀ ਵਿੱਚ ਕੀ ਕਿਹਾ ਸਾਨੂੰ ਉਹ ਨਹੀਂ ਪਤਾ। ਤੇ ਜਿੰਨਾ ਸਮਾਂ ਸਾਨੂੰ ਇਹ ਚੀਜ਼ਾਂ ਨਹੀਂ ਪਤਾ, ਗੁਰੂ ਦੀ ਖੁਸ਼ੀ ਕਿਵੇਂ ਲੈ ਸਕਦੇ ਹਾਂ ਆਪਾਂ। ਇਸ ਕਰਕੇ ਸਾਨੂੰ ਗੁਰੂ ਦੇ ਸ਼ਬਦ ਦੀ ਵਿਚਾਰ ਕਰਨੀ ਪੈਣੀ ਹੈ, ਗੁਰੂ ਦੇ ਸ਼ਬਦ ਦੀ। ਤੇ ਵਿਚਾਰ ਸਾਧ ਸੰਗਤ ਆਪਾਂ ਕਿੰਨੀ ਕੁ ਕਰਦੇ ਹਾਂ ਕਿਤੇ ਪਤਾ ਹੀ ਹੈ ਸਾਨੂੰ। ਕੀਰਤਨ ਬਹੁਤ ਹੋ ਰਿਹਾ ਹੈ, ਕਥਾ ਸਮਾਗਮ ਘੱਟ ਹੋ ਰਹੇ ਨੇ। ਸੋ ਇਸ ਕਰਕੇ ਸ਼ਬਦ ਦੀ ਜੇ ਕਥਾ ਹੋ ਵੀ ਰਹੀ ਹੈ ਨਾ, ਜੇ ਕੋਈ ਮੇਰੇ ਵਰਗਾ ਵਿਚਾਰਾ 6 ਮਹੀਨੇ ਲਾ ਕੇ ਸਿੱਖਿਆ ਹੀ ਹੈ, ਤੇ ਉਹ ਵੀ ਇੱਧਰ ਉੱਧਰ ਦੀਆਂ ਗੱਲਾਂ ਕਰਕੇ ਸਮਾਂ ਲਾ ਲੈਂਦਾ ਹੈ ਵੀ ਜੇ ਉਹ ਬਾਅਦ 'ਚ ਆਪਾਂ ਨਾਂ ਦੇ ਦਿੰਦੇ ਹਾਂ ਵੀ ਕਥਾ ਹੋਈ ਜੀ, ਕਥਾ ਹੋਈ। ਕਥਾ ਕਾਹਦੀ ਹੋਈ, ਕਥਾ ਤੇ ਹੈ ਗੁਰੂ ਦੇ ਬਾਣੀ ਦੀ ਕਥਾ, ਨਰੋਲ ਕਥਾ। ਇਸ ਕਰਕੇ ਗੁਰੂ ਦੇ ਸ਼ਬਦ ਦੀ ਵਿਚਾਰ ਕਰਨੀ ਪੈਣੀ ਹੈ। ਜਦੋਂ ਆਪਾਂ ਇੱਕ ਓੰਕਾਰ ਤੋਂ ਲੈ ਕੇ 18, 10, 20 ਤੱਕ ਬਾਣੀ ਦੇ ਅਰਥ ਸੁਣਾਂਗੇ ਨਾ, ਬਾਣੀ ਦੇ ਅਰਥ ਵਿਚਾਰਾਂਗੇ, ਫਿਰ ਸਾਨੂੰ ਸਹੀ ਮਾਇਨਿਆਂ ਵਿੱਚ ਪਤਾ ਲੱਗਣਾ ਹੈ ਵੀ ਧੰਨ ਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਕੀ ਨੇ। ਸਹੀ ਮਾਇਨਿਆਂ ਵਿੱਚ ਸਾਨੂੰ ਤਾਂ ਪਤਾ ਲੱਗਣਾ ਹੈ। ਇਸ ਕਰਕੇ ਮਹਾਰਾਜ ਨੇ ਆਖਿਆ ਜੋ ਸਾਨੂੰ ਮਿਲਣਾ ਚਾਹੁੰਦਾ ਹੈ, ਮਹਾਰਾਜ ਜੀ ਕਹਿੰਦੇ ਉਹ ਖੋਜ ਸ਼ਬਦ ਮੈਂ ਲੈ, ਉਹ ਗੁਰੂ ਦੇ ਸ਼ਬਦ ਦੀ ਵਿਚਾਰ ਕਰ ਲਵੇ, ਉਹ ਬਾਣੀ ਦੀ ਵਿਚਾਰ ਕਰ ਲਵੇ। ਇਸ ਤਰ੍ਹਾਂ ਮਹਾਰਾਜ ਨੇ ਬਚਨ ਕਹੇ ਖਾਲਸੇ ਨੂੰ, ਧੰਨ ਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਲੜ ਲਾਇਆ। ਪੰਜਾਂ ਪਿਆਰਿਆਂ ਵਿੱਚ 1765 ਬਿਕਰਮੀ ਸੀ, ਉਦੋਂ ਕੱਤਕ ਸੁਦੀ ਦੂਜ ਸੀ, ਜਦੋਂ ਮਹਾਰਾਜ ਜੀ ਨੇ ਗੁਰਤਾ ਗੱਦੀ ਬਖਸ਼ੀ ਧੰਨ ਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਨੂੰ।